ਵਾਹਿਗੁਰੂ ਜੀ। ਜਿਨਹੀ ਸਖੀ ਸ਼ਹਰਾਵਿਆ, ਸੇ ਅੰਬੀ ਛਾਂਵੜੀਏ ਜੀਓ। ਸੇ ਗੁਣ ਮੰਝ ਨਾ ਆਵਨੀ, ਹਾਉ ਕੈ ਜੀ ਦੋਸ਼ ਧਰਿਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵ ਇਸਤਰੀ ਜਦੋਂ ਉਸ ਪ੍ਰਭੂ ਦੇ ਭਾਣੇ ਦੇ ਵਿੱਚ ਤੁਰਨ ਲੱਗ ਪੈਂਦੀ ਹੈ, ਭਾਵ ਰੱਬ ਦੀ ਰਜ਼ਾ ਦੇ ਵਿੱਚ ਜਿਹੜੀ ਜੀਵ ਇਸਤਰੀ ਰਾਜ਼ੀ ਹੋ ਪੈਂਦੀ ਹੈ, ਉਹਦੇ ਜੀਵਨ ਦੇ ਵਿੱਚੋਂ ਦੁੱਖ, ਸੋਗ, ਚਿੰਤਾ, ਫਿਕਰ ਆਦਿ ਇਹਨਾਂ ਪਰਿਸਥਿਤੀਆਂ ਔਰ ਇਹਨਾਂ ਭਾਵਨਾਵਾਂ ਦੀ ਤਪਸ਼ ਦੂਰ ਹੋ ਜਾਂਦੀ ਹੈ। ਇਹਨੂੰ ਇੰਝ ਸਮਝ ਲੈਣਾ ਕਿ ਕੋਈ ਮੁਸਾਫਰ, ਕੋਈ ਰਸਤੇ ਦੇ ਉੱਤੇ ਤੁਰਨ ਵਾਲਾ ਮਨੁੱਖ ਜਿਹੜਾ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਸਤੇ ਘਰੋਂ ਨਿਕਲਿਆ ਸੀ, ਤੁਰਦਿਆਂ ਤੁਰਦਿਆਂ ਸੁਬਾਹ ਘਰੋਂ ਨਿਕਲਿਆ ਸੀ, ਹਾਲੇ ਸੂਰਜ ਦੀ ਤਪਸ਼ ਇਤਨੀ ਨਹੀਂ ਸੀ। ਜਿਉਂ-ਜਿਉਂ ਇਹ ਅੱਗੇ ਤੁਰਿਆ, ਸੂਰਜ ਵੀ ਆਕਾਸ਼ ਦੇ ਵਿੱਚ ਚੜ੍ਹਿਆ, ਨਾਲ ਨਾਲ ਤਪਸ਼ ਵੀ ਵੱਧ ਗਈ। ਤੇ ਇੱਕ ਸਮਾਂ ਆਇਆ ਜਿਹਨੂੰ ਅਸੀਂ ਸਿਖਰ ਦੁਪਹਿਰ ਆਖਦੇ ਹਾਂ, ਜਦੋਂ ਸੂਰਜ ਸਿੱਧਾ ਸਾਡੇ ਸਿਰ ਦੇ ਉੱਤੇ ਹੁੰਦਾ ਹੈ। ਤੇ ਇਸ ਸਿਖਰ ਦੁਪਹਿਰ ਤੋਂ ਕੁਝ ਘੜੀਆਂ ਪਹਿਲਾਂ ਤੇ ਕੁਝ ਘੜੀਆਂ ਬਾਅਦ ਤੱਕ ਸੂਰਜ ਦੀ ਤਪਸ਼ ਦਾ ਜਿਹੜਾ ਪ੍ਰਭਾਵ ਹੈ, ਜਿਹੜਾ ਸੇਕ ਹੈ, ਜਿਹਨੂੰ ਘਾਮ ਜਾਂ ਗਰਮੀ ਕਿਹਾ ਗਿਆ ਹੈ, ਉਹ ਬਹੁਤ ਤਪਸ਼ ਵਧੀਕ ਹੁੰਦੀ ਹੈ। ਕਈ ਵਾਰ ਉਹ ਧੁੱਪ, ਉਹ ਸੇਕ, ਉਹ ਤਪਸ਼ ਰਸਤੇ ਦੇ ਉੱਤੇ ਤੁਰਨ ਵਾਲੇ ਮਨੁੱਖ, ਮੁਸਾਫਰ ਸਹਾਰ ਨਹੀਂ ਸਕਦੇ। ਇਸ ਲਈ ਉਹ ਛੇਤੀ ਤੋਂ ਛੇਤੀ ਕਿਸੇ ਸੰਘਣੇ ਦਰਖਤ ਦੇ ਥੱਲੇ ਬੈਠਣਾ ਚਾਹੁੰਦੇ ਹਨ। ਕੋਈ ਐਸਾ ਪੇੜ ਜਿਹੜਾ ਸੰਘਣਾ ਹੈ, ਘਨਾ ਵ੍ਰਿਕਸ਼ ਜਿਹਨੂੰ ਕਿਹਾ ਗਿਆ ਹੈ। ਬਾਣੀ ਨੇ ਬਿਰਖ ਸ਼ਬਦ ਆਖਿਆ ਹੈ। ਕਿਸੇ ਘਣੇ ਬਿਰਖ ਦੀ ਛਾਂ ਵਿੱਚ ਉਹ ਆਉਣਾ ਚਾਹੁੰਦੇ ਹਨ। ਕਿਉਂ? ਕਿਉਂਕਿ ਜੇ ਸੂਰਜ ਦੀ ਤਪਸ਼ ਤੋਂ ਬਚਣਾ ਹੈ ਤੇ ਕਿਸੇ ਘਨੇ ਬਿਰਖ ਦੀ ਛਾਂ ਲੈਣੀ ਹੀ ਪਵੇਗੀ। ਜਦੋਂ ਉਹਨਾਂ ਨੂੰ ਕੋਈ ਘਣਾ ਵ੍ਰਿਕਸ਼ ਮਿਲਿਆ, ਇਸੇ ਕਰਕੇ ਤੇ ਆਪ ਵੇਖਣਾ ਪੁਰਾਣੇ ਸਮੇਂ ਤੋਂ ਹੀ ਜੋ ਸੜਕਾਂ ਹੁੰਦੀਆਂ ਹਨ, ਉਹਨਾਂ ਦੇ ਦੋਵੇਂ ਪਾਸੇ ਦਰਖਤ ਲਾਏ ਜਾਂਦੇ ਸਨ। ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਜ਼ਿਕਰ ਤੁਹਾਨੂੰ ਮਿਲੇਗਾ 6ਵੀਂ ਜਾਂ 7ਵੀਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ,
ਕਿ ਭਾਰਤ ਦੇ ਉੱਤੇ ਜਦੋਂ ਸ਼ੇਰ ਸ਼ਾਹ ਸੂਰੀ ਦਾ ਸ਼ਾਸਨ ਹੋਇਆ ਤੇ ਉਹਨੇ ਜਿਹੜੀ ਦਿੱਲੀ ਤੋਂ ਲਾਹੌਰ ਤੱਕ ਜਰਨੈਲੀ ਸੜਕ ਬਣਾਈ ਸੀ, ਜਿਹਨੂੰ ਗ੍ਰੈਂਡ ਟਰੰਕ ਰੋਡ, GT ਰੋਡ ਜਾਂ ਜਰਨੈਲੀ ਸੜਕ ਅੱਜ ਵੀ ਕਿਹਾ ਜਾਂਦਾ ਹੈ। ਤੇ ਇਤਿਹਾਸ ਵਿੱਚ ਲਿਖਿਆ ਹੈ ਇਹਨੇ ਇਸ ਸੜਕ ਦੇ ਦੋਵੇਂ ਪਾਸੇ ਉਹ ਦਰਖਤ ਲਗਵਾਏ ਸਨ ਜਿਹੜੇ ਸੰਘਣੀ ਛਾਂ ਦਿੰਦੇ ਹੋਣ। ਆਪਨੇ ਜ਼ਰੂਰ ਪੜ੍ਹਿਆ ਹੋਏਗਾ। ਇਹ ਕਿਉਂ ਸੀ? ਤਾਂ ਕਿ ਸਿਖਰ ਦੁਪਹਿਰ ਵੇਲੇ ਜਦੋਂ ਸੂਰਜ ਸਿਰ ਦੇ ਉੱਤੇ ਹੋਵੇ ਤੇ ਉਸ ਵੇਲੇ ਬਹੁਤਾ ਸਫ਼ਰ ਪੈਦਲ ਜਾਂ ਗੱਡਿਆਂ ਦੇ ਉੱਤੇ ਕੀਤਾ ਜਾਂਦਾ ਸੀ, ਅੱਜ ਦੀ ਤਰ੍ਹਾਂ ਸਫ਼ਰ ਨਹੀਂ ਸੀ। ਮੁਸਾਫਰਾਂ ਨੂੰ ਆਰਾਮ ਮਿਲ ਸਕੇ, ਉਹ ਇਸ ਧੁੱਪ ਤੋਂ ਬਚ ਸਕਣ। ਯਾਦ ਰੱਖਣਾ, ਅਧਿਆਤਮਕ ਜਿਹੜੀ ਯਾਤਰਾ ਹੈ ਨਾ, ਸਾਡੀ ਆਤਮਾ ਦੀ ਜਿਹੜੀ ਯਾਤਰਾ ਹੈ, ਆਤਮਾ ਜਿਹੜਾ ਰੱਬ ਤੋਂ ਹੀ ਵਿਛੜ ਕੇ ਤੇ ਰੱਬ ਨੂੰ ਹੀ ਜਿਸ ਨੇ ਮਿਲਣਾ ਹੈ, ਜਿਹਨੇ ਰੱਬ 'ਚ ਅਭੇਦ ਹੋਣਾ ਹੈ, ਜਿਹਦੀ ਸਮਾਈ ਉਸ ਮਾਲਕ 'ਚ ਹੋਣੀ ਹੈ, ਇਹ ਵੀ ਇਸ ਸੜਕ ਦੇ ਉੱਤੇ ਤੁਰ ਰਿਹਾ ਹੈ, ਜਿਸ ਸੜਕ ਦੇ ਉੱਤੇ ਦੁੱਖਾਂ ਦੀ, ਵਿਕਾਰਾਂ ਦੀ ਬਹੁਤ ਤੇਜ਼ ਤਪਸ਼ ਇਹਨੂੰ ਦੁੱਖ ਦੇ ਰਹੀ ਹੈ, ਇਹਨੂੰ ਦੁਖਾਉਂਦੀ ਹੈ। ਔਰ ਮੈਂ ਇੱਕ ਬੇਨਤੀ ਕਰ ਦੇਵਾਂ ਜੀ ਇੱਥੇ, ਸ਼ਾਇਦ ਆਪ ਨੂੰ ਯਾਦ ਹੋਏਗੀ, ਬਹੁਤ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ, ਤੁਸੀਂ ਆਪਣਾ ਜੀਵਨ ਕਦੀ ਵੇਖਣਾ, ਸਾਡੇ ਪੂਰੇ ਜੀਵਨ ਵਿੱਚ, ਜੇ ਅੱਜ ਉਮਰ ਮੇਰੀ 50 ਸਾਲ ਹੈ, 40 ਸਾਲ ਹੈ, 30 ਸਾਲ ਹੈ, 70 ਸਾਲ ਹੈ, ਤੇ ਹੋ ਸਕਦਾ ਹੈ ਮੈਨੂੰ, ਜੇ 50 ਸਾਲ ਉਮਰ ਹੈ, ਮੇਰੇ ਸਰੀਰ ਨੂੰ ਅੱਜ ਤੱਕ 50 ਵਾਰ ਵੀ ਉਹ ਚੋਟ ਨਾ ਲੱਗੀ ਹੋਵੇ ਜਿਸ ਕਾਰਨ ਸਰੀਰ ਬਹੁਤ ਦੁਖਦਾ ਹੈ। ਦੇਖਣਾ ਗੱਲ, ਕਹਿਣ ਦਾ ਤਾਤਪਰਯ ਕੀ ਹੈ ਕਿ ਸਾਡੇ ਜੀਵਨ ਦੇ ਵਿੱਚ ਸਾਡੇ ਸਰੀਰ ਨੂੰ ਸੱਟਾਂ ਨਹੀਂ ਲੱਗਦੀਆਂ, ਚੋਟਾਂ ਇਤਨੀਆਂ ਨਹੀਂ ਲੱਗਦੀਆਂ ਜਿਤਨੀਆਂ ਚੋਟਾਂ ਸਾਡੇ ਮਨ ਨੂੰ ਲੱਗਦੀਆਂ ਹਨ। ਮਨ ਤੇ ਹਰ ਵੇਲੇ ਹੀ ਕਿਸੇ ਨਾ ਕਿਸੇ ਤੋਂ ਨਾਰਾਜ਼ ਜਾਂ ਰੁੱਸਿਆ ਰਹਿੰਦਾ ਹੈ। ਸਮਝੋਗੇ ਕੀ ਕਹਿ ਰਿਹਾ ਹਾਂ? ਇਤਨੀਆਂ ਸੱਟਾਂ ਸਾਡੇ ਤਨ ਨੂੰ, ਇਤਨੀਆਂ ਚੋਟਾਂ ਸਾਡੇ ਸਰੀਰ ਨੂੰ ਸਾਰੇ ਜੀਵਨ ਵਿੱਚ ਨਹੀਂ ਲੱਗਦੀਆਂ ਜਿਸ ਤੋਂ ਬਹੁਤ 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 ਜ਼ਿਆਦਾ ਚੋਟਾਂ ਹੋ ਸਕਦਾ ਹੈ ਇੱਕ ਦਿਨ 'ਚ, ਇੱਕ ਮਹੀਨੇ 'ਚ ਸਾਡੇ ਮਨ ਨੂੰ ਲੱਗ ਜਾਣ। ਕਾਰਨ ਕੀ ਹੈ? ਮੈਂ ਸੋਚ ਰਿਹਾ ਸੀ ਇੱਕ ਦਿਨ ਕਿ ਬੰਦੇ ਦਾ ਸਰੀਰ ਚੋਟਲ ਹੋਇਆ ਨਾ, ਡਿੱਗ ਗਿਆ ਬੰਦਾ ਕਿਧਰੇ, ਮੰਨ ਲਓ ਕਈ ਵਾਰ ਪੈਰ ਤਿਲਕ ਗਿਆ, ਪੈਰ ਮੁੜ ਗਿਆ ਸਾਡਾ, ਕਿਸੇ ਕਾਰਨ ਕਰਕੇ ਅਸੀਂ ਡਿੱਗੇ, ਸਰੀਰ ਨੂੰ ਸੱਟ ਵੱਜੀ, ਬੜੀ ਜ਼ੋਰ ਦੀ ਸੱਟ ਵੱਜੀ, ਬੰਦਾ ਅਗਲੀ ਵਾਰ ਉਸ ਥਾਂ ਤੋਂ ਲੰਘੇਗਾ ਨਾ, ਸੁਚੇਤ ਹੋ ਜਾਏਗਾ। ਯਾਦ ਰੱਖਣਾ, ਉਹਨੂੰ ਧਿਆਨ, ਉਹ ਚੋਟ ਯਾਦ ਆਏਗੀ, ਉਹ ਉਸ ਥਾਂ ਤੇ ਆਏਗਾ, ਉਹ ਸੁਚੇਤ ਹੋ ਜਾਏਗਾ, ਉਹਦਾ ਧਿਆਨ, ਉਹਦੀ ਇਕਾਗਰਤਾ, ਉਹ ਸਭ ਵੱਧ ਜਾਵੇਗੀ। ਇਸ ਕਰਕੇ ਮਨੁੱਖ 2, 4, 5 ਵਾਰ ਜਦੋਂ ਸੱਟਾਂ ਖਾਂਦਾ ਹੈ ਨਾ, ਔਰ ਬਚਪਨ 'ਚ ਸੱਟਾਂ ਜ਼ਿਆਦਾ ਲੱਗਦੀਆਂ ਨੇ, ਇਹ ਗੱਲ ਵੀ ਵੇਖਣਾ ਤੁਸੀਂ, ਕਿਉਂਕਿ ਬਚਪਨ ਵਿੱਚ ਚੰਚਲਤਾ ਵਧੇਕ ਹੈ। ਉਹ ਬੱਚਾ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ, ਮਾਂ ਬਾਪ ਕਹਿੰਦੇ ਹਨ ਬਈ ਨਾ ਜਾਵੀਂ ਉੱਤੇ ਛੱਤ ਤੇ, ਧਿਆਨ ਰੱਖੀ, ਖੇਡਣ ਚੱਲਿਆ ਹੈ, ਧਿਆਨ ਨਾਲ ਖੇਡੀ, ਪਰ ਉੱਥੇ ਕੌਣ ਸੁਣਦਾ ਹੈ? ਉਸ ਵੇਲੇ ਵੇਗ ਹੈ। ਸਤਿਗੁਰੂ ਕਹਿੰਦੇ ਨਾ, ਚੌਥੇ ਪਿਆਰ ਉਪੰਨੀ ਖੇਡ। ਇਹ ਉਹ ਹਾਲਤ ਹੈ, ਉਹ ਅਵਸਥਾ ਹੈ ਜੀਵਨ ਦੀ, ਜਦੋਂ ਖੇਡਣ ਕੁੱਦਣ ਵਾਸਤੇ ਮਨ ਵਿੱਚ ਨਾ ਕੇਵਲ ਰੁਚੀ ਹੈ ਬਲਕਿ ਮਨ ਵਿੱਚ ਜੋਸ਼ ਔਰ ਬਲ ਵੀ ਹੈ। ਜੋਸ਼ ਔਰ ਬਲ ਸਾਰੀ ਜ਼ਿੰਦਗੀ ਨਹੀਂ ਰਹਿਣ ਵਾਲਾ ਨਾ, ਰੁਚੀ ਭਾਵੇਂ ਹੋ ਜਾਵੇ, ਆਸ ਭਾਵੇਂ ਹੈ, ਪਰ ਜੋਸ਼ ਔਰ ਬਲ ਸਾਰੀ ਜ਼ਿੰਦਗੀ ਨਾਲ ਨਹੀਂ ਰਹੇਗਾ। ਵੱਡੇ ਵੱਡੇ ਜਿਹੜੇ ਖਿਡਾਰੀ ਸਨ, ਉਹ ਜਦੋਂ
ਆਪਣੀ ਉਮਰ ਨੂੰ ਉਹਨਾਂ ਨੇ ਜੀ ਲਿਆ ਚੰਗੀ ਤਰ੍ਹਾਂ। ਉਹ ਆਖਦੇ ਖੇਡਣ ਦਾ ਜੋਸ਼ ਅੰਦਰ ਭਾਵ ਤੇ ਅੱਜ ਵੀ ਹੈ, ਪਰ ਬਲ ਨਹੀਂ ਸਾਡੇ ਸਰੀਰ ਵਿੱਚ, ਹੁਣ ਖੇਡ ਨਹੀਂ ਸਕਦੇ। ਤਾਂ ਮਨ ਨਹੀਂ ਸੁਣਦਾ, ਉਹ ਜਿਵੇਂ ਉਹ ਬੱਚਾ ਨਹੀਂ ਸੁਣ ਰਿਹਾ। ਤਨ ਨੂੰ ਚੋਟ ਲੱਗੀ, ਬੰਦਾ ਸੁਚੇਤ ਹੋ ਗਿਆ। ਮਨ ਨੂੰ ਵਾਰ-ਵਾਰ ਚੋਟਾਂ ਕਿਉਂ ਲੱਗ ਰਹੀਆਂ ਹਨ? ਕਿਉਂਕਿ ਮਨ ਵਾਰ-ਵਾਰ ਬੇਧਿਆਨਾ ਹੋ ਜਾਂਦਾ ਹੈ। ਮਨ ਵਾਰ-ਵਾਰ ਭੁਲਾ ਦਿੰਦਾ ਹੈ। ਅੰਤःਕਰਨ ਇਹਨੂੰ ਕਹਿੰਦੇ, ਮਨ, ਬੁੱਧ, ਚਿੱਤ ਤੇ ਅਹੰਕਾਰ। ਇਹ ਚਾਰ ਚੀਜ਼ਾਂ ਸਾਡਾ ਅੰਤःਕਰਨ ਬਣਾਉਂਦੀਆਂ ਹਨ। ਕਿ ਅੰਤःਕਰਨ ਦੇ ਵਿੱਚ ਸਾਡੇ ਬੁੱਧੀ ਨੇ ਵੀ, ਭਾਵ ਸਾਡੀ ਯਦਾਸ਼ਤ ਨੇ ਵੀ ਉਹਨੂੰ ਭੁਲਾ ਦਿੱਤਾ, ਚਿੱਤ ਨੇ ਵੀ ਭੁਲਾ ਦਿੱਤਾ। ਯਦਾਸ਼ਤ, ਚਿੱਤ, ਬੁੱਧੀ ਜਿਹਨੇ ਨਿਰਣਾ ਕਰਨਾ ਸੀ, ਮਨ ਤੇ ਹੈ ਹੀ ਚੰਚਲ ਸੀ। ਔਰ ਇਹਨਾਂ ਸਾਰਿਆਂ ਨੂੰ ਬਾਈਂਡ ਕਰਨ ਵਾਲਾ ਸਰੀਰ ਸਮੇਤ ਹੰਕਾਰ ਸੀ। ਉਹ ਬਾਈਂਡਿੰਗ ਪਾਵਰ ਹੈ ਜਿਹੜੀ ਫੜ ਕੇ ਰੱਖਦੀ ਹੈ। ਰੱਬ ਨੇ ਤਾਂ ਹੀ ਤੇ ਚੀਜ਼ਾਂ ਪਾਈਆਂ ਹਨ ਅੰਦਰ। ਤੋ ਇਸ ਕਰਕੇ ਮੈਂ ਬੇਨਤੀ ਕਰਾਂ ਕਿ ਸਾਡੇ ਸਰੀਰ ਨੂੰ ਉਨੀਆਂ ਚੋਟਾਂ ਨਹੀਂ ਲੱਗੀਆਂ ਜੀਵਨ ਭਰ ਵਿੱਚ, ਜਿਤਨੀਆਂ ਚੋਟਾਂ ਸਾਡੇ ਮਨ ਨੂੰ ਅੱਜ ਤੱਕ ਲੱਗ ਚੁੱਕੀਆਂ ਹਨ। ਅਸੀਂ ਕਈ ਵਾਰ ਕਹਿੰਦੇ ਹਾਂ ਮੇਰਾ ਮਨ ਬੜਾ ਦੁਖਿਆ ਜੀ। ਹੁਣ ਸਤਿਗੁਰੂ ਨੇ ਨਾ ਇਸ ਚੀਜ਼ ਦਾ ਵੀ ਇੱਕ ਪ੍ਰਸ਼ਨ ਕੀਤਾ। ਮੈਂ ਆਪ ਨਾਲ ਇੱਕ ਬਚਨ ਸਾਂਝਾ ਕੀਤਾ ਸੀ। ਪਾਤਸ਼ਾਹ ਕਹਿੰਦੇ, ਜੇ ਤੂੰ ਆਪਣੇ ਅੰਦਰ ਝਾਂਤ ਮਾਰੇਂਗਾ ਨਾ, ਤੈਨੂੰ ਅੰਦਰ ਐਸੀ ਕੋਈ ਚੀਜ਼ ਲੱਭਣੀ ਨਹੀਂ ਜਿਹੜੀ ਭੌਤਿਕ ਹੋਵੇ ਤੇ ਜਿਹੜੀ ਕਹਿੰਦੀ ਹੋਵੇ ਵੀ ਮੈਨੂੰ ਇੱਥੇ ਸੱਟ ਵੱਜੀ ਹੈ। ਤੂੰ ਉਹ ਚੋਟ ਦਿਖਾ ਨਹੀਂ ਪਾਏਂਗਾ ਅੰਦਰ ਦੀ। ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਬਸਤ ਅਹੰਕਾਰਾ। ਕਹਿੰਦੇ ਇੱਕ ਵਾਰ ਅੰਦਰ ਦੇਖ ਤੇ ਸਹੀ, ਉਹ ਹੰਕਾਰ ਬੈਠਾ ਕਿੱਥੇ ਹੋਇਆ, ਕਿਤਨਾ ਕੁ ਵੱਡਾ ਹੈ, ਉਹਦਾ ਰੂਪ ਤੂੰ ਦਿਖਾ ਸਕਦਾ ਹੈ। ਹੁਣ ਈਰਖਾ ਹੈ, ਹੰਕਾਰ ਹੈ, ਵੈਰ ਹੈ, ਇਹਨਾਂ ਦਾ ਕੋਈ ਫਿਜ਼ੀਕਲ ਫਾਰਮ ਨਹੀਂ ਹੈ, ਪਰ ਜਿਤਨੇ ਫਿਜ਼ੀਕਲ ਡਿਸਟਰਕਸ਼ਨਸ ਹੋ ਰਹੇ ਹਨ, ਵਿਨਾਸ਼ ਹੋ ਰਹੇ ਹਨ, ਇਹਨਾਂ ਕਰਕੇ ਹੀ ਹੋ ਰਹੇ ਹਨ। ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ। ਜਿਹੜੀ ਗੱਲ ਮੈਂ ਲੈ ਰਿਹਾ ਸੀ ਉੱਥੇ ਹੀ ਆਵਾਂ ਕਿ ਤਪਸ਼ ਨੇ ਸਰੀਰ ਨੂੰ ਤਪਾਉਣਾ ਸ਼ੁਰੂ ਕੀਤਾ। ਤੇ ਹੁਣ ਮਨੁੱਖ ਘੱਟੋ ਘੱਟ ਇਤਨਾ ਕੁ ਉਹਦੇ ਵੱਸ ਵਿੱਚ ਹੈ ਕਿ ਆਪਣੇ ਸਰੀਰ ਨੂੰ ਦੁੱਖ ਨਾ ਹੋਵੇ, ਉਹ ਪ੍ਰਯਾਸ ਕਰ ਸਕਦਾ ਹੈ। ਠੰਡ ਅਗਰ ਦੁੱਖ ਦੇ ਰਹੀ ਹੈ ਤੇ ਮਨੁੱਖ ਕੋਈ ਵਸਤਰ ਓੜ ਸਕਦਾ ਹੈ। ਤਪਸ਼ ਅਗਰ ਦੁੱਖ ਦੇ ਰਹੀ ਹੈ ਤੇ ਮਨੁੱਖ ਕੋਈ ਸ਼ੀਤਲ ਚੀਜ਼ ਦੀ ਵਰਤੋਂ ਕਰ ਸਕਦਾ ਹੈ, ਆਦਿ ਜੋ ਅਸੀਂ ਵਰਤਦੇ ਹੀ ਹਾਂ, ਜਿਨ੍ਹਾਂ ਕਰਕੇ ਸ਼ੀਤਲਤਾ ਹੋ ਜਾਵੇ। ਪਰ ਇਹ ਪ੍ਰਯਾਸ ਮਾਨਸਿਕ ਤਲ ਤੇ ਮਨ ਦੇ ਤਲ ਦੇ ਉੱਤੇ ਕਰਨੇ ਸਾਡੇ ਲਈ ਬੜੇ ਔਖੇ ਹਨ। ਉਹਦੇ ਵੱਖਰੇ ਕਾਰਨ ਹਨ, ਮੈਂ ਇਸ ਸਮੇਂ ਉਹਨਾਂ ਦਾ ਜ਼ਿਕਰ ਨਾ ਕਰਾਂ। ਸਤਿਗੁਰੂ ਕਹਿੰਦੇ, ਜੇ ਤੇਰੇ ਵੱਸ ਵਿੱਚ ਹੀ ਨਹੀਂ ਨਾ, ਤੈਨੂੰ ਲੱਗਦਾ ਹੈ ਵੀ ਮੇਰਾ ਮਨ, ਇਹਨੂੰ ਮੈਂ ਦੁਖੀ ਹੋਣ ਤੋਂ ਕਿਵੇਂ ਰੋਕਾਂ, ਇਹਦੇ ਵਿੱਚ ਹੰਕਾਰ ਆ ਜਾਂਦਾ ਹੈ, ਇਸ ਹੰਕਾਰ ਵਿੱਚ ਇਹਨੂੰ ਆਫਰਣ ਤੋਂ ਮੈਂ ਕਿਵੇਂ ਰੋਕਾਂ, ਇਸ ਨੂੰ ਡੋਲਣ ਤੋਂ ਮੈਂ ਕਿਵੇਂ ਰੋਕਾਂ। ਤੂੰ ਰੋਕ ਨਹੀਂ ਸਕੇਗਾ ਅਗਰ ਉਦੋਂ ਤੱਕ ਜਦੋਂ ਤੱਕ ਤੇਰੇ ਕੋਲ ਸ਼ਬਦ ਦੀ ਤਾਕਤ ਨਹੀਂ ਹੈ। ਜਾਂ ਤੇ ਦੋ ਚੀਜ਼ਾਂ ਹਨ, ਇੱਕ ਤੇ ਸ਼ਬਦ ਦਾ ਅਭਿਆਸ ਕਰ ਲੈ, ਗੰਭੀਰਤਾ ਨਾਲ ਸਮਝਣਾ। ਸ਼ਬਦ ਦਾ ਅਭਿਆਸ ਕਰ, ਉਹਦੀ ਕਮਾਈ ਕਰ। ਮੈਂ ਆਪਣੇ ਨਿੱਜੀ ਤਜਰਬੇ 'ਚੋਂ ਦੱਸ ਰਿਹਾ ਹਾਂ। ਸਤਸੰਗੀਆਂ ਨਾਲ ਜਦੋਂ ਗੱਲ ਹੁੰਦੀ ਹੈ ਕਿ ਬਹੁਤ ਸਤਸੰਗੀ ਕਹਿੰਦੇ ਹਨ ਸ਼ਬਦ ਦਾ ਬਹੁਤ ਸਮੇਂ ਤੋਂ ਅਭਿਆਸ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਸੁਣ ਰਹੇ ਹਾਂ, ਸਮਝ ਰਹੇ ਹਾਂ, ਗਿਆਨ ਵੀ ਹੈ, ਸੋਝੀ ਵੀ ਹੈ, ਪਰ ਫਿਰ ਵੀ ਮਨ 'ਚ ਸਾਡੇ ਉਹ ਸਥਿਰਤਾ ਨਹੀਂ ਆਉਂਦੀ, ਵਿਕਾਰ ਫਿਰ ਤਪਾਉਂਦੇ ਹਨ। ਫਿਰ ਦੂਸਰਾ ਤਰੀਕਾ ਕੀ ਹੈ ਕਿ ਜਿਵੇਂ ਉਹ ਮੁਸਾਫਰ ਸਿਖਰ ਦੁਪਹਿਰੇ ਜਿਹੜਾ ਸੂਰਜ ਤਪਦਾ ਪਿਆ ਸੀ, ਉਹਨੂੰ ਵੀ ਤਪਾ ਰਿਹਾ ਸੀ,
ਉਹਦੇ ਦੁੱਖ ਤੋਂ ਬਚਣ ਲਈ ਉਹ ਦਰਖਤ ਦੀ ਛਾਂ ਵਿੱਚ ਆ ਕੇ ਬਸ ਬਹਿ ਗਿਆ, ਉਹਨੇ ਹੋਰ ਕੁਛ ਨਹੀਂ ਕੀਤਾ। ਇਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਰੱਬ ਦੇ ਭਾਣੇ ਵਿੱਚ, ਰੱਬ ਦੀ ਸ਼ਰਨ ਵਿੱਚ ਲੈ ਕੇ ਆ ਜਾ। ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦੇ, ਕਿਉਂਕਿ ਜਿਸ ਮੁਸਾਫਰ ਨੇ ਆਪਣੇ ਆਪ ਨੂੰ ਦਰਖਤ ਦੀ ਛਾਂ ਥੱਲੇ ਲੈ ਆਉਂਦਾ, ਦਰਖਤ ਦੀ ਸ਼ਰਨ ਵਿੱਚ ਜਿਹੜਾ ਆ ਗਿਆ, ਵਰਿਕਸ਼ ਦੀ ਸ਼ਰਨ ਵਿੱਚ ਜਿਹੜਾ ਆ ਗਿਆ, ਯਾਦ ਰੱਖਣਾ, ਕੱਲ੍ਹ ਮੈਂ ਬੇਨਤੀ ਕੀਤੀ ਸੀ, ਆਖਰੀ ਬੋਲ ਤੁਹਾਨੂੰ ਯਾਦ ਹੋਣਗੇ, ਉਹਨੂੰ ਸਿਰਫ ਛਾਂ ਹੀ ਨਹੀਂ ਮਿਲੇਗੀ, ਉਹਨੂੰ ਫਲ ਵੀ ਮਿਲੇਗਾ। ਯਾਦ ਰੱਖਣਾ। ਔਰ ਅੱਜ ਤੇ ਸਤਿਗੁਰੂ ਜੀ ਨੇ ਜਿਸ ਦਰਖਤ ਦਾ ਨਾਮ ਵਰਤਿਆ ਹੈ, ਇਹ ਤੇ ਤੁਸੀਂ ਸਾਰੇ ਜਾਣਦੇ ਹੋ, ਅੰਬ ਦਾ ਦਰਖਤ। ਸਤਿਗੁਰੂ ਸ਼ਬਦ ਵਰਤੇ ਅੰਬੀ ਛਾਂਵੜੀਏ ਜੀਓ। ਇਹਨੂੰ ਅੰਬੀ ਨਾਸਕੀ ਬੁਲਾਉਣਾ ਹੈ, ਅੰਬੀ ਨਹੀਂ ਬੁਲਾਉਣਾ, ਅੰਬੀ ਛਾਂਵੜੀਏ ਜੀਓ। ਅੰਬਾਂ ਦੀਆਂ ਠੰਡੀਆਂ ਛਾਵਾਂ ਦੇ ਥੱਲੇ ਮੰਨ ਲਓ ਉਹ ਜੀਵ ਇਸਤਰੀਆਂ ਬੈਠ ਗਈਆਂ, ਕਿਹੜੀਆਂ? ਦਰਪਣ ਵਾਲਿਆਂ ਨੇ ਜਿਹੜੇ ਅਰਥ ਕੀਤੇ ਹਨ, ਮੈਂ ਹੂ ਬਹੂ ਉਹੀ ਅਰਥ ਕਰਾਂ, ਕਿਉਂਕਿ ਉਹ ਅਰਥ ਬੜੇ ਸਟੀਕ ਹਨ। ਜਿਨ੍ਹਾਂ ਸਹੇਲੀਆਂ ਨੇ, ਸਹੇਲੀਆਂ ਕੌਣ ਹਨ? ਸਤਸੰਗਣ। ਇਹਦੇ ਵਿੱਚ ਮੈਂ ਕੱਲ੍ਹ ਪਰਸੋਂ ਵੀ ਬੇਨਤੀ ਕੀਤੀ ਸੀ, ਇਹ ਕੇਵਲ ਸਰੀਰ ਕਰਕੇ ਇਸਤਰੀ ਨੂੰ ਨਹੀਂ ਕਿਹਾ ਜਾ ਰਿਹਾ, ਇਹਦੇ ਵਿੱਚ ਸਾਰੇ ਪੁਰਸ਼ ਵੀ ਹਨ। ਯਾਦ ਰੱਖਣਾ, ਕਿਉਂਕਿ ਸਹੇਲੀ ਤੇ ਮਿੱਤਰ ਇਹ ਦੋ ਸ਼ਬਦ ਹੁੰਦੇ ਹਨ, ਸਹੇਲੀ ਇਸਤਰੀ ਲਈ ਤੇ ਮਿੱਤਰ ਜਾਂ ਦੋਸਤ ਪੁਰਸ਼ ਲਈ ਵਰਤਦੇ ਹਾਂ। ਪਰ ਕਿਉਂਕਿ ਗੱਲ ਜੀਵ ਆਤਮਾਵਾਂ ਦੀ ਹੈ, ਜੀਵ ਇਸਤਰੀਆਂ ਦੀ ਹੈ, ਇਸ ਕਰਕੇ ਇੱਕ ਮਰਦ ਦੇ, ਇੱਕ ਪੁਰਸ਼ ਦੇ ਤਨ ਦੇ ਅੰਦਰ ਜਿਹੜੀ ਆਤਮਾ ਹੈ ਉਹ ਜੀਵ ਇਸਤਰੀ ਹੈ, ਉਹ ਜੀਵ ਇਸਤਰੀ ਹੈ। ਤੇ ਉਹਨਾਂ ਜੀਵ ਇਸਤਰੀਆਂ ਵਿੱਚੋਂ ਜਿਨ੍ਹਾਂ ਨੂੰ ਸਤ ਸੰਗ ਮਿਲ ਗਿਆ, ਉਹ ਸਹੇਲੀਆਂ ਬਣ ਗਈਆਂ। ਗੁਰਮੁਖ ਸਖੀ ਸਹੇਲੀ ਮੇਰੀ, ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਕਿ ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕਰ ਲਿਆ ਹੈ, ਗੁਰੂ ਆਸ਼ੇ ਅਨੁਸਾਰ ਤੁਰਨ ਵਾਲੀ ਹਰ ਆਤਮਾ ਮੇਰੀ ਸਖੀ ਤੇ ਮੇਰੀ ਸਹੇਲੀ ਬਣ ਗਈ ਹੈ। ਤੋ ਅਰਥ ਕੀਤੇ ਹਨ, ਜਿਨ੍ਹਾਂ ਸਹੇਲੀਆਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਹੈ। ਆਪ ਦਰਪਣ ਪੜ੍ਹਨਾ, ਇਹੀ ਅਰਥ ਉੱਥੇ ਲਿਖੇ ਹਨ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਹੈ, ਜਿੰਨੀ ਹੀ ਸਖੀ ਸ਼ਹਰਾਵਿਆ, ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਮਾਣ ਲਿਆ। ਯਾਦ ਰੱਖਣਾ, ਪ੍ਰਸੰਨ ਕੀਤਾ, ਸੁਰਤ ਸ਼ਬਦ ਵਿੱਚ ਜੋੜੀ। ਸੇ ਅੰਬੀ ਛਾਂਵੜੀਏ ਜੀਓ, ਮੰਨ ਲਵੋ ਉਹ ਅੰਬਾਂ ਦੀਆਂ ਠੰਡੀਆਂ ਛਾਵਾਂ ਵਿੱਚ ਬੈਠੀਆਂ ਹੋਈਆਂ ਹਨ। ਹੁਣ ਇਹ ਅਲੰਕਾਰ ਕਿਉਂ ਵਰਤਿਆ ਗਿਆ? ਕਿਉਂਕਿ ਉਹੀ ਮਨੁੱਖ ਇਹ ਜਿਹੜਾ ਕੁਛ ਦੇਰ ਪਹਿਲਾਂ ਤੱਕ ਸੂਰਜ ਦੀ ਤਪਸ਼ ਤੋਂ ਦੁਖਦਾ ਪਿਆ ਸੀ, ਜਿਹੜਾ ਬੇਹਾਲ ਸੀ, ਤੇ ਉਹ ਦਰਖਤ ਦੀ, ਵਿਰਕਸ਼ ਦੀ, ਬਿਰਖ ਦੀ ਸ਼ਰਨ ਵਿੱਚ ਆ ਕੇ ਬੈਠ ਗਿਆ ਬਸ। ਤੇ ਸਤਿਗੁਰੂ ਕਹਿੰਦੇ ਹੁਣ ਦੇਖਣਾ ਉਹਦਾ ਉਹ ਹਾਲ ਜਿਹੜਾ ਸੂਰਜ ਦੀ ਤਪਸ਼ ਨੇ, ਸੂਰਜ ਨੇ ਤਪਾ ਕੇ ਉਹਨੂੰ ਜੋ ਬੇਹਾਲ ਕੀਤਾ ਸੀ, ਦਰਖਤ ਦੀ ਸ਼ਰਨ ਆਉਂਦਿਆਂ ਸਾਰ ਉਹਦੇ ਅੰਦਰ ਸ਼ਾਂਤੀ ਆਉਣ ਲੱਗ ਪਈ, ਉਹਦੇ ਅੰਦਰ ਇੱਕਦਮ ਬਦਲਾਵ ਆ ਗਿਆ, ਉਹ ਪਰਿਵਰਤਿਤ ਹੋ ਗਿਆ, ਉਹ ਬਦਲ ਗਿਆ। ਤੋ ਇਸ ਕਰਕੇ ਸਤਿਗੁਰੂ ਜੀ ਨੇ ਜੋ ਬਚਨ ਸਾਨੂੰ ਆਖੇ ਹਨ, ਉਹ ਬੜੇ ਗੰਭੀਰਤਾ ਨਾਲ ਸਮਝਣ ਵਾਲੇ ਹਨ ਕਿ ਹਰ ਜੀਵ ਆਤਮਾ ਉਸ ਪਰਮਾਤਮਾ ਦੀ ਸ਼ਰਨ ਵਿੱਚ ਇੰਝ ਆਵੇ ਜਿਵੇਂ ਕੋਈ ਮੁਸਾਫਰ ਧੁੱਪ ਵਿੱਚ ਤੁਰ ਰਿਹਾ ਸੀ, ਸਿਖਰ ਦੁਪਹਿਰ ਜਿਹੜਾ ਤਪਦਾ ਪਿਆ ਸੀ ਸੂਰਜ ਦੀ ਘਾਮ ਕਰਕੇ, ਉਹ ਇੱਕਦਮ ਅੰਬ ਦੇ ਦਰਖਤ ਦੀ ਜਾਂ ਸੰਘਣੇ ਦਰਖਤ ਦੀ ਸ਼ਰਨ ਵਿੱਚ ਆ ਗਿਆ। ਹੁਣ ਉਹਨੂੰ ਕੇਵਲ ਸੀਤਲਤਾ ਹੀ ਨਹੀਂ ਮਿਲੇਗੀ, ਠੰਡਕ ਹੀ ਨਹੀਂ ਮਿਲੇਗੀ, ਬਲਕਿ ਸਤਿਗੁਰੂ ਕਹਿੰਦੇ ਅੰਬ ਦਾ ਦਰਖਤ ਭਰਿਆ ਪਿਆ ਹੈ, ਉਹਨੂੰ ਫਲ ਵੀ ਮਿਲੇਗਾ।
ਉਹਨੂੰ ਰਸ ਵੀ ਆਵੇਗਾ, ਉਹਨੂੰ ਮਿਠਾਸ ਵੀ ਆਵੇਗੀ। ਤੋ ਇਹ ਤੇ ਹੁਣ ਉਹਨਾਂ ਦੀ ਗੱਲ ਕੀਤੀ, ਪਰ ਇਹ ਕਹਿ ਕੌਣ ਰਿਹਾ ਹੈ? ਮੰਝ ਕੁਚੱਜੀ। ਆਪ ਸਮਝਣਾ, ਮੈਂ ਤਾਂ ਹੀ ਸਹਿਜੇ ਸਹਿਜੇ ਯਤਨ ਕਰ ਰਿਹਾ ਹਾਂ। ਇਹ ਇੱਕ ਕੁਚੱਜੀ ਜੀਵ ਇਸਤਰੀ ਹਲੇ ਦੇਖ ਰਹੀ ਹੈ ਉਹਨਾਂ ਜੀਵ ਇਸਤਰੀਆਂ ਨੂੰ ਸੁਖੀ ਹੁੰਦੇ ਹੋਏ ਜਿਨ੍ਹਾਂ ਨੇ ਰੱਬ ਦੀ ਸ਼ਰਨ ਲੈ ਲਈ ਹੈ, ਜਿਹੜੀਆਂ ਰੱਬ ਦੀ ਸ਼ਰਨ ਵਿੱਚ ਆ ਗਈਆਂ ਹਨ। ਆਪ ਹਲੇ ਉਹ ਤਪਦੀ ਪਈ ਹੈ। ਹੁਣ ਉਹ ਹੈ ਥੋੜ੍ਹੀ ਦੂਰ ਅਤੇ ਚਾਹੁੰਦੀ ਹੈ ਕਿ ਮੈਨੂੰ ਵੀ ਉਹ ਸ਼ਰਨ ਮਿਲ ਜਾਵੇ। ਯਤਨ ਵੀ ਕਰ ਰਹੀ ਹੈ, ਪਰ ਯਾਦ ਰੱਖਣਾ ਇੱਕ ਸ਼ਬਦ ਹੁਣ ਮੈਂ ਇੱਥੇ ਵਰਤਾਂਗਾ, ਪਾਣਾ, ਰਜ਼ਾ। ਸਾਡਾ ਯਤਨ ਵੀ ਨਾ ਉਦੋਂ ਹੀ ਸਫਲਾ ਹੋਵੇਗਾ, ਸਾਡੇ ਕੀਤੇ ਹੋਏ ਉਦਮ ਵੀ ਉਦੋਂ ਹੀ ਸਕਾਰਥੇ ਹੋਣਗੇ ਜਦੋਂ ਉਹ ਉਦਮ ਰੱਬ ਨੂੰ ਭਾ ਜਾਣਗੇ, ਉਹਨੂੰ ਚੰਗੇ ਲੱਗਣਗੇ। ਤਾਂ ਹੀ ਮਹਾਂਪੁਰਸ਼ ਬੰਦਗੀ ਕਰਨ ਵਾਲੇ ਇੱਕ ਗੱਲ ਆਖਦੇ ਹਨ, ਬਈ ਇੱਕ ਕੰਮ ਜ਼ਰੂਰ ਕਰਿਆ ਕਰੋ, ਤੁਸੀਂ ਗਾਣਾ ਨਾ ਛੱਡਣਾ। ਯਾਦ ਰੱਖਣਾ, ਤੁਸੀਂ ਗਾਣਾ ਨਾ ਛੱਡਣਾ ਉਹਨੂੰ। ਅਤੇ ਮੈਂ ਪਿਛਲੇ ਦਿਨ ਵੀ ਇੱਕ ਬੇਨਤੀ ਕੀਤੀ ਸੀ ਵੀ ਗਾਣ ਦਾ ਤਾਤਪਰਯ ਕੀ ਹੈ। ਹਰ ਵਾਰ ਗਾਣ ਦਾ ਅਰਥ ਨਾ ਕੋਈ ਸਾਜ਼ਾਂ ਨਾਲ ਗਾਣ ਦਾ ਸੰਕੇਤ ਨਹੀਂ ਹੋਇਆ ਕਰਦਾ। ਗਾਣ ਦਾ ਅਰਥ ਕੀ ਹੈ? ਉਹਦੀ ਵਡਿਆਈ ਕਰਨੀ, ਉਹਨੂੰ ਵਾਹ ਵਾਹ ਕਹਿਣਾ। ਸਤਿਗੁਰੂ ਕਹਿੰਦੇ ਤੁਸੀਂ ਪਰਿਸਥਿਤੀ ਕੈਸੀ ਵੀ ਕਿਉਂ ਨਾ ਹੋਵੇ, ਤੁਸੀਂ ਉਸ ਪਰਿਸਥਿਤੀ 'ਚ ਉਸ ਪਰਮਾਤਮਾ ਨੂੰ ਵਾਹ ਜ਼ਰੂਰ ਕਿਹਾ ਕਰੋ। ਤਾਂ ਹੀ ਤਾਂ ਸਾਡਾ ਗੁਰੂ ਮੰਤਰ ਹੈ, ਵਾਹ ਗੁਰੂ, ਕਿ ਤੂੰ ਵਾਹ ਕਹਿਣਾ ਹੈ ਬਸ। ਇਸ ਵਾਹ ਦੀ ਇੱਕ ਤੁਹਾਡੇ ਨਾਲ ਵਡਿਆਈ ਸਾਂਝੀ ਕਰਾਂ। ਜਦੋਂ ਅਸੀਂ ਵਾਹਿਗੁਰੂ ਆਖਾਂਗੇ ਨਾ ਜੀ, ਵਾਹਿਗੁਰੂ ਵਾਹਿਗੁਰੂ, ਤੇ ਇਹ ਗੁਰਮੰਤਰ ਸੁੱਖ ਦੁੱਖ ਹਰਖ ਸੋਗ ਦੋਨਾਂ ਤੋਂ ਸਾਨੂੰ ਜੁਦਾ ਕਰਨ ਵਾਲਾ ਹੈ। ਇਹਦੇ ਵਿੱਚ ਉਹ ਬਖਸ਼ਿਸ਼, ਉਹ ਤਾਕਤ ਹੈ। ਵਾਹ ਦੇ ਵਿੱਚ ਕੇਵਲ ਵਾਹ ਸ਼ਬਦ ਲੈ ਲਓ ਕਿ ਵਾਹ ਵਾਹ ਕਰਦੇ ਕਰਦੇ ਕਰਦੇ, ਬਾਣੀ ਦਾ ਇੱਕ ਸ਼ਬਦ ਹੈ, ਉਹਦੀ ਇੱਕ ਪੰਕਤੀ ਲਵਾਂਗਾ ਕੇਵਲ, ਵਾਹ ਵਾਹ ਕਰੇ ਸਈ ਜਨ ਸੋਹਣੇ। ਹੁਣ ਇਹ ਸੁੰਦਰਤਾ ਸਰੀਰ ਦੀ ਨਹੀਂ ਹੈ ਕਿ ਕੋਈ ਸੋਚੇ ਬਈ ਸਰੀਰ ਸੁੰਦਰ ਬਣ ਜਾਏਗਾ, ਸਰੀਰ ਨੂੰ ਰੂਪ, ਉਹ ਵੀ ਆਏਗਾ। ਯਾਦ ਰੱਖਣਾ, ਜਦੋਂ ਅੰਦਰੋਂ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ, ਉਹ ਅਵਸਥਾ ਦੱਸੀ ਗਈ ਹੈ। ਮਨੁੱਖ ਦੇ ਚਿਹਰੇ ਵਿੱਚ, ਮਨੁੱਖ ਦੇ ਸਰੀਰ ਵਿੱਚ, ਮਨੁੱਖ ਦੇ ਹਾਵ ਭਾਵ ਵਿੱਚ ਇੱਕਦਮ ਪਰਿਵਰਤਨ ਆ ਜਾਂਦਾ ਹੈ। ਜਿਵੇਂ ਸੰਸਾਰ ਵਿੱਚ ਖੁਸ਼ੀ ਔਰ ਗਮੀ ਸਾਡੇ ਚਿਹਰੇ 'ਤੇ ਝਲਕਦੀ ਹੈ ਸਾਫ਼। ਸਾਨੂੰ ਜਿਹੜੇ ਜਾਣਦੇ ਹਨ ਉਹ ਸਾਫ਼ ਕਹਿ ਦੇਣਗੇ ਅੱਜ ਬੜਾ ਖੁਸ਼ ਲੱਗ ਰਿਹਾ ਹੈ, ਅੱਜ ਕੀ ਗੱਲ ਦੁਖੀ ਲੱਗ ਰਿਹਾ ਹੈ, ਬੜਾ ਚਿੰਤਿਤ ਲੱਗ ਰਿਹਾ। ਚਿਹਰਾ ਦੇਖ ਕੇ ਸਾਡੇ ਪਰਿਵਾਰ ਵਾਲੇ, ਦੋਸਤ ਮਿੱਤਰ ਕਹਿ, ਸਾਡੀ ਸਰੀਰ ਦੀ ਵੀ ਇੱਕ ਭਾਸ਼ਾ ਹੈ ਕਿ ਹਾਓ ਭਾਓ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਅੱਜ ਇਹ ਬੰਦਾ ਦੁਖੀ ਹੈ, ਅੱਜ ਸੁਖੀ ਹੈ, ਅੱਜ ਇਹ ਰਸ ਵਿੱਚ ਹੈ। ਜਿਵੇਂ ਅੱਜ ਦਾ ਹੁਕਮਨਾਮਾ ਪੜ੍ਹ ਕੇ ਵੇਖਣਾ, ਇੱਕ ਨਿਸ਼ਾਨੀ ਦੱਸੀ ਹੈ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ। ਪ੍ਰੇਮ ਰੰਗ ਵਿੱਚ ਜਿਹੜੇ ਰੰਗੇ ਗਏ ਨਾ, ਜਿਨ੍ਹਾਂ ਦੇ ਚੋਲੇ ਰਤੜੇ ਹੋ ਗਏ, ਜਿਨ੍ਹਾਂ 'ਤੇ ਪ੍ਰੇਮ ਦਾ ਰੰਗ ਚੜ ਗਿਆ, ਇਹ ਰੰਗ, ਇਹ ਪੋਸ਼ਾਕ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਪ੍ਰਭੂ ਪਤੀ ਇਹਨਾਂ ਦੇ ਕੋਲ ਆ ਗਿਆ ਹੈ, ਪ੍ਰਭੂ ਪਤੀ ਇਹਨਾਂ ਨੂੰ ਮਿਲ ਪਿਆ ਹੈ। ਕੰਤ, ਕੰਤ ਕਹਿੰਦੇ ਹਨ ਪਤੀ ਨੂੰ, ਕੰਤ ਤੇ ਨਾ ਕਹਿ ਪਾਸ। ਪਾਸ ਦਾ ਅਰਥ ਕੀ ਹੈ? ਨਿਕਟ, ਨਜ਼ਦੀਕ, ਕੋਲ, ਨੇੜੇ। ਪਾਸ ਦਾ ਇੱਕ ਅਰਥ ਬਾਣੀ 'ਚ ਪਾਸੇ ਵੀ ਹੈ, ਵੀ ਪਾਸੇ ਕਰ ਦੇਣਾ। ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ, ਉਹ ਵਾਲੇ ਪਾਸ ਨੂੰ ਅਸੀਂ ਤਿਆਗਣਾ ਹੈ ਤੇ ਕੰਤ ਦੇ ਪਾਸ ਅਸੀਂ ਆਉਣਾ ਹੈ। ਤੋ ਹਾਓ ਪਾਓ ਨਜ਼ਰ ਆ ਗਏ। ਹੁਣ ਜਿਹੜਾ ਵਾਹ ਹੈ, ਵਾਹ, ਸਤਿਗੁਰੂ ਕਹਿੰਦੇ ਵਾਹ ਵਾਹ ਕਰੇ ਸਈ ਜਨ ਸੋਹਣੇ। ਉਹ ਸੋਹਣੇ ਹੋਣ ਲੱਗ ਪੈਂਦੇ ਹਨ, ਉਹਨਾਂ ਨੂੰ ਰੂਪ ਚੜ੍ਹਨ ਲੱਗ ਪੈਂਦਾ ਹੈ, ਉਹਨਾਂ ਦਾ ਮਨ
ਉੱਚਾ ਹੋਣ ਲੱਗ ਪੈਂਦਾ ਹੈ। ਇਹਨੂੰ ਕਹਿੰਦੇ ਹਾਈ ਸਪਿਰਿਟ। ਅੰਗਰੇਜ਼ੀ ਦਾ ਇੱਕ ਸ਼ਬਦ ਹੈ ਹਾਈ ਸਪਿਰਿਟ। ਉਹਨਾਂ ਦੀ ਸਪਿਰਿਟ ਉੱਚੀ ਹੋਣੀ ਸ਼ੁਰੂ ਹੋ ਗਈ। ਚੜ੍ਹਦੀ ਕਲਾ, ਇਹ ਗੁਰਬਾਣੀ 'ਚ ਇਹਨੂੰ, ਹਾਲਾਂਕਿ ਚੜ੍ਹਦੀ ਕਲਾ ਇਸ ਤੋਂ ਵੀ ਅਗਲੀ ਗੱਲ ਹੈ ਖੈਰ, ਕਿਉਂਕਿ ਉਹ ਚੜ੍ਹਦੀ ਕਲਾ ਕੇਵਲ ਮਨ ਦੀ ਨਹੀਂ, ਆਤਮਾ ਦੀ ਜੁੜੀ ਹੋਈ ਹੈ। ਗੁਰਬਾਣੀ ਵਿੱਚ ਆਤਮਾ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਹਾਂ, ਅਤੇ ਆਤਮਾ ਦੀ ਹੋਏਗੀ, ਮਨ ਦੀ ਤਾਂ ਆਪਣੇ ਆਪ ਹੋ ਜਾਏਗੀ। ਪਰ ਆਤਮਾ ਦੀ ਕਰਾਉਣ ਵਾਸਤੇ ਚੜ੍ਹਦੀ ਕਲਾ, ਮਨ ਦਾ ਜੁੜਨਾ ਬੜਾ ਜ਼ਰੂਰੀ ਹੈ। ਇਹ ਚੀਜ਼, ਇਹ ਆਪਸ 'ਚ ਜੁੜੇ ਹੋਏ ਹਨ ਇਹ ਸਾਰੇ। ਤੋ ਸਤਿਗੁਰੂ ਕਹਿੰਦੇ ਵਾਹ ਵਾਹ ਕਰੇ ਸਈ ਜਨ ਸੋਹਣੇ। ਉਹ ਸੋਹਣੇ ਹੋਣ ਲੱਗ ਪਏ, ਉਹਨਾਂ ਨੂੰ ਰੂਪ ਚੜ੍ਹਨ ਲੱਗ ਪਿਆ। ਤਿਨ ਕੋ ਪਰਜਾ ਪੂਜਣ ਆਈ, ਫਿਰ ਲੁਕਾਈ ਉਹਨਾਂ ਦੀ ਪੂਜਾ ਕਰਦੀ ਹੈ। ਔਰ ਮੈਂ 2-3 ਪ੍ਰਮਾਣ ਲਵਾਂਗਾ। ਇਹ ਸੁੰਦਰਤਾ ਪਤਾ ਕਿਹਦੇ ਕੋਲ ਹੈ? ਭਗਤ ਕਬੀਰ ਜੀ ਦੇ ਕੋਲ, ਭਗਤ ਨਾਮਦੇਵ ਜੀ ਦੇ ਕੋਲ, ਭਗਤ ਰਵਿਦਾਸ ਜੀ ਦੇ ਕੋਲ। ਹੁਣ ਤੁਸੀਂ ਯਾਦ ਰੱਖਣਾ, ਰਵਿਦਾਸ ਜੀ ਨੂੰ ਨਾ ਲੋਕ ਚਮਿਆਰ ਕਹਿੰਦੇ ਸਨ। ਉਹਨਾਂ ਦੀ ਕਿਰਤ ਵੇਖ ਲੈਣਾ। ਰਵਿਦਾਸ ਢੁਵੰਤਾ ਢੋਰ ਨੀਤ, ਮਰੇ ਹੋਏ ਪਸ਼ੂ ਚੁੱਕਿਆ ਕਰਦੇ ਸਨ ਭਗਤ ਰਵਿਦਾਸ ਜੀ, ਕਿਉਂਕਿ ਜੁੱਤੀਆਂ ਬਣਾਉਣੀਆਂ ਹਨ ਪੈਰਾਂ ਵਿੱਚ ਪਾਉਣ ਵਾਲੀਆਂ, ਅਤੇ ਪਸ਼ੂ ਦੇ ਚਮੜੇ ਤੋਂ ਬਣਦੀਆਂ ਹਨ, ਅਤੇ ਪਸ਼ੂ ਚੁੱਕ ਕੇ ਲਿਆਉਣਾ ਪੈਂਦਾ ਹੈ ਮਰਿਆ ਹੋਇਆ। ਨਾਮਦੇਵ ਜੀ ਕੀ ਕਰਦੇ ਹਨ? ਕੱਪੜੇ ਰੰਗਦੇ ਹਨ, ਕੱਪੜੇ ਸੀਂਦੇ ਹਨ। ਕਬੀਰ ਜੀ ਕੀ ਕਰਦੇ ਹਨ? ਕੱਪੜੇ ਬੁਣਦੇ ਹਨ। ਜੁਲਾਹੇ ਦੀ ਕਿਰਤ ਹੈ। ਅਤੇ ਇਹਨਾਂ ਸਾਰਿਆਂ ਦੀ ਕਿਰਤ ਕਰਕੇ ਔਰ ਕੁੱਲ ਕਰਕੇ ਔਰ ਵਰਣ ਕਰਕੇ ਇਹਨਾਂ ਨੂੰ ਸ਼ੂਦਰ ਔਰ ਨੀਚ ਕਿਹਾ ਜਾਂਦਾ ਸੀ। ਪਰ ਇਹਨਾਂ ਸਾਰਿਆਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ? ਵਾਹ ਵਾਹ ਵਾਹ, ਆਖੋ ਵਾਹ ਵਾਹ। ਇਹਨਾਂ ਨੇ ਵਾਹ ਵਾਹ ਕਰਨੀ ਸ਼ੁਰੂ ਕਰ ਦਿੱਤੀ। ਪਹਿਲੇ ਬੋਲੇ, ਫਿਰ ਸਮਝੇ ਬਈ ਵਾਹ ਵਾਹ ਦੇ ਅਰਥ ਕੀ ਹਨ। ਇਹ ਕੇਵਲ ਰਟਨ ਨਾਲ ਕੰਮ ਨਹੀਂ ਬਣੇਗਾ, ਰਟਨ ਤੋਂ ਤੇ ਗੱਲ ਸ਼ੁਰੂ ਹੋਏਗੀ। ਰਟਨ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜਦੋਂ ਧਿਆਨ ਵਿਸਰੇ ਨਾ, ਪਰ ਆਵਾਜ਼ ਨਾਦ ਰਟਨ ਕਰਕੇ ਚੱਲ ਰਹੀ ਹੋਵੇ, ਇਹ ਰਟਨ ਧਿਆਨ ਨੂੰ ਵਾਪਸ ਲੈ ਆਉਂਦਾ ਹੈ। ਇਸ ਕਰਕੇ ਸਾਨੂੰ ਕਹਿੰਦੇ ਹਨ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਬੋਲੋ। ਤੋ ਇਹਨਾਂ ਭਗਤਾਂ ਨੇ ਵਾਹ ਵਾਹ ਕਰਨੀ ਸ਼ੁਰੂ ਕਰ ਦਿੱਤੀ। ਔਰ ਕੇਵਲ ਇਹਨਾਂ ਦੀ ਗੱਲ ਨਹੀਂ, ਇੱਥੇ ਤੇ ਸੰਸਕ੍ਰਿਤ ਦੇ ਮਹਾਨ ਪੰਡਿਤ ਵੀ ਬੈਠੇ ਹੋਏ ਹਨ, ਜੈਦੇਵ ਜੀ ਵਰਗੇ। ਇੱਥੇ ਬਾਬਾ ਫਰੀਦ ਜੀ ਵਰਗੇ ਸੂਫੀ ਸੰਤ ਵੀ ਬੈਠੇ ਹੋਏ ਹਨ। ਇੱਥੇ ਸੈਣ ਜੀ, ਜਿਨ੍ਹਾਂ ਨੂੰ ਨਾਈ ਕਿਹਾ ਜਾਂਦਾ ਹੈ, ਉਹ ਵੀ ਬੈਠੇ ਹੋਏ ਹਨ। ਤੋ ਕਹਿਣ ਦਾ ਭਾਵ ਕੀ ਹੈ ਕਿ ਲੋਕ ਭਾਵੇਂ ਆਪਣੀ ਪਹਿਚਾਣ ਸਮਾਜਿਕ ਇੱਕ ਇਹਨਾਂ ਨੂੰ ਦੇ ਰਹੇ ਸਨ, ਬਈ ਇਹ ਨੀਚ ਹਨ, ਨੀਵੇਂ ਹਨ, ਪਰ ਬਾਣੀ ਕਹਿੰਦੇ ਨਾ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂਕੁੰਟ ਮਾਨੈ। ਨਾਮ ਦੀ ਸਭ ਤੋਂ ਵੱਡੀ ਵਡਿਆਈ ਪਤਾ ਹੈ ਕੀ ਹੈ? ਨਾਮ ਜਿੱਥੋਂ ਆਇਆ ਹੈ ਨਾ, ਬਾਣੀ ਜਿੱਥੋਂ ਆਈ ਹੈ, ਆਤਮਾ ਨੂੰ ਉੱਥੇ ਹੀ ਲੈ ਜਾਂਦੀ ਹੈ। ਇਸ ਕਰਕੇ ਕਹਿੰਦੇ ਦੁਨੀਆ ਵਿੱਚ ਲੋਕ ਨੀਚ ਕਹਿ ਰਹੇ ਸਨ, ਕਿਰਤ ਕਰਕੇ ਨੀਵਾਂ ਕਹਿ ਰਹੇ ਸਨ। ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਨਾਮਦੇਵ ਜੀ, ਇਹ ਭਗਤ ਸਾਡੇ ਸਾਹਮਣੇ ਹਨ। ਸਦਨਾ ਜੀ, ਲੋਕ ਕਸਾਈ ਕਹਿੰਦੇ ਸਨ ਉਹਨਾਂ ਨੂੰ। ਪਰ ਜਦੋਂ ਮਨ ਪਰਿਵਰਤਿਤ ਹੋਇਆ, ਪੂਰੀ ਸਾਖੀ ਆਪ ਨੂੰ ਪਤਾ ਹੈ। ਸਦਨਾ ਜੀ ਦਾ ਜਦੋਂ ਅਸਾਂ ਨੇ ਜਨਮ ਦਿਵਸ ਮਨਾਇਆ ਸੀ, ਤੇ ਉਸ ਦਿਨ ਉਹ ਸਾਖੀ ਲਈ ਸੀ ਕਿ ਕਿਸ ਤਰ੍ਹਾਂ ਮਨ ਪਰਿਵਰਤਿਤ ਹੋ ਗਿਆ ਜਦੋਂ ਤਰਸ ਆ ਗਿਆ, ਬਈ ਜੇ ਇਸ ਵੇਲੇ ਰਾਜੇ ਦੀ ਲੋੜ ਪੂਰੀ ਕਰਨ ਵਾਸਤੇ ਇਸ ਬੱਕਰੇ ਦੀ ਲੱਤ ਵੱਢ ਦਿੱਤੀ, ਸਾਰੀ ਰਾਤ ਤੜਪਦਾ ਰਹੇਗਾ। ਅਤੇ ਹੱਥ ਵਿੱਚ ਜਿਹੜੀ ਛੁਰੀ ਸੀ ਨਾ, ਰੱਖ ਦਿੱਤੀ, ਕਹਿ ਦਿੱਤਾ, ਕਹਿ ਦੇ ਰਾਜੇ ਨੂੰ ਇੱਥੇ ਕੋਈ ਕਸਾਈ ਨਹੀਂ ਰਹਿੰਦਾ। ਸਦਨਾ ਕਸਾਈ ਸੀ, ਪਰ ਅੱਜ ਤੋਂ ਉਹਨੇ ਇਸ ਕੰਮ ਨੂੰ ਛੱਡ ਦਿੱਤਾ। ਇੱਕ ਵਿਚਾਰ ਨੇ ਸਿਰਫ ਸਾਰੀ ਜ਼ਿੰਦਗੀ ਬਦਲੀ। ਔਰ ਕਿੱਥੇ ਜਗ੍ਹਾ ਮਿਲ ਗਈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਹੈ, ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ, ਸਵਾਰੀ ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਐ, ਜੋ ਜੰਬੁਕ ਗਰਾਸੇ। ਏਕ ਬੂੰਦ ਜਿਲ ਕਾਰਣੇ ਚਾਤਰਿਕ ਦੁਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ,
ਉਹ ਕਹਿੰਦੇ ਵਕਤ ਦੇ ਉੱਤੇ ਲੋੜ ਪੈਣ 'ਤੇ ਜੇ ਪਰਮਾਤਮਾ ਤੇਰਾ ਨਾਮ ਕੰਮ ਨਹੀਂ ਆਇਆ ਨਾ, ਅਵਸਰ ਦੀ ਗੱਲ ਕਰ ਰਹੇ ਹਨ। ਕੈਸੇ ਬਿਰਮਾਵੋ ਬੂੜ ਮੂਏ ਨੌਕਾ ਮਿਲੇ ਕਹੋ ਕਹੇ ਚੜਾਵੋ, ਮੈਂ ਨਾਹੀਂ ਕਿਛ ਹਉ ਨਹੀਂ, ਮੈਂ ਨਾਹੀਂ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੈ ਸਦਨਾ ਜਨ ਤੋਰਾ। ਮੌਕੇ 'ਤੇ ਰੱਖ ਮੈਨੂੰ। ਤਾਂ ਉਹਦੇ ਲਈ ਸਾਨੂੰ ਮੌਕਾ ਆਪ ਸੰਭਾਲਣਾ ਪਵੇਗਾ। ਪਹਿਲੇ ਉਹ ਮੌਕਾ ਸੰਭਾਲਣਾ ਕੀ ਹੈ? ਵਾਹ ਵਾਹ ਕਰੋ ਬਸ। ਔਰ ਵਾਹ ਵਾਹ ਦਾ ਅਰਥ ਇੱਕ ਰਟਨ ਆਖ ਦਿੱਤਾ। ਇੱਕ ਵਾਹ ਵਾਹ ਦਾ ਸੰਕੇਤ ਬਾਣੀ 'ਚ ਮਿਲਦਾ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਹੁਣ ਮੈਂ ਵਾਹ ਵਾਹ ਤੇ ਕਰ ਰਿਹਾ ਹਾਂ ਮੂੰਹ ਨਾਲ, ਜ਼ਬਾਨ ਨਾਲ, ਪਰ ਜੋ ਹੋਇਆ ਹੈ ਮੈਂ ਕਹਾਂਗਾ ਇਹ ਚੰਗਾ ਨਹੀਂ ਹੋਇਆ ਜੀ। ਇਹ ਦਵੈਤ ਹੈ। ਤੇ ਕੁਚੱਜੇਪਨ ਦਾ ਪਹਿਲਾ ਲੱਛਣ ਤੁਹਾਡੇ ਨਾਲ ਦਵੈਤ ਦੱਸਿਆ ਸੀ। ਸਮਝਣਾ ਗੱਲ। ਮੂੰਹ ਵਿੱਚ ਤੇ ਵਾਹ ਹੈ ਪਰ ਮਨ ਵਿੱਚ ਹਾਏ ਹਾਏ ਹੈ। ਮੂੰਹ ਵਿੱਚ ਤੇ ਗੁਰੂ ਗੁਰੂ ਹੈ ਪਰ ਮਨ ਵਿੱਚ ਹੈ ਬਈ ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਤੇ ਗਲਤ ਹੋ ਗਿਆ। ਆਪ ਸਮਝ ਰਹੇ ਹੋਵੋਗੇ ਕੀ ਕਹਿ ਰਿਹਾ ਹਾਂ। ਮੂੰਹ ਨਾਲ ਤੇ ਬਾਣੀ ਪੜ੍ਹਦਾ ਹੈ ਪਰ ਮਨ ਵਿੱਚ ਇਹ ਵੀ ਵਿਚਾਰ ਹੈ ਬਈ ਨਹੀਂ ਇਹ ਨਹੀਂ ਠੀਕ ਹੋਇਆ, ਉਹ ਨਹੀਂ ਠੀਕ ਹੋਇਆ। ਤੇ ਮੈਂ ਇੱਕ ਬੇਨਤੀ ਕਰ ਦੇਵਾਂ, ਤੁਸੀਂ ਆਪਣੇ ਆਪ ਨੂੰ ਵੇਖਣਾ, ਦਿਹਾੜੀ 'ਚ ਕਿੰਨੀਆਂ ਗੱਲਾਂ ਹੁੰਦੀਆਂ ਹਨ ਸਾਨੂੰ ਠੀਕ ਲੱਗਦੀਆਂ ਹਨ। 100 ਚੋਂ 90 ਗੱਲਾਂ ਤੇ ਵੈਸੇ ਹੀ ਸਾਡੇ ਮੁਤਾਬਕ ਸਾਨੂੰ ਠੀਕ ਨਹੀਂ ਲੱਗਦੀਆਂ, ਤਾਂ ਹੀ ਤੇ ਖਪੇ ਰਹਿੰਦੇ ਹਾਂ। ਕਿਸੇ ਨੂੰ ਮਿਲਣ ਗਏ ਉੱਥੇ ਸਾਨੂੰ ਸੈਟਿਸਫੈਕਸ਼ਨ ਨਹੀਂ, ਕੋਈ ਸਾਡੇ ਘਰ ਆਇਆ ਤਾਂ ਸਾਨੂੰ ਸੈਟਿਸਫੈਕਸ਼ਨ ਨਹੀਂ। ਸਮਝਣਾ ਗੱਲ, ਉਹ ਬਿਰਤੀ ਹੈ ਸਾਡੀ। ਤੇ ਇੱਥੇ ਆ ਕੇ ਇਹ ਕੀ ਹੈ? ਸੰਗਤ ਹੈ। ਇੱਥੇ ਆ ਕੇ ਅਸੀਂ ਉਸ ਬਿਰਤੀ ਨੂੰ ਹੀ ਬਦਲਣਾ ਹੈ। ਤਾਂ ਵਾਹ ਵਾਹ ਕੇਵਲ ਜ਼ਬਾਨ ਦਾ ਕੇਵਲ ਇੱਕ ਕਿਰਿਆ ਵਾਲਾ ਪੱਖ ਨਹੀਂ ਹੈ, ਬਈ ਜ਼ਬਾਨ ਦੀ ਕਿਰਿਆ ਹੋਵੇ ਵਾਹ ਵਾਹ, ਨਹੀਂ, ਉਹ ਮਨ ਦੀ ਭਾਵਨਾ ਵੀ ਹੈ। ਜੋ ਤਿਸ ਭਾਵ ਹੈ, ਆਖੋ ਜੋ ਤਿਸ ਭਾਵ ਹੈ। ਇੰਝ ਹੀ ਪੜ੍ਹੋਗੇ ਨਾ ਜਦੋਂ, ਤਾਂ ਸ਼ਬਦ ਇੱਥੇ ਵੱਜੇਗਾ ਆ ਕੇ ਤੁਹਾਡੇ। ਕਈ ਸਤਸੰਗੀ ਪੜ੍ਹਦੇ ਹਨ। ਬਾਣੀ ਨੂੰ ਪੜ੍ਹਨ ਦਾ ਵੀ ਤਰੀਕਾ ਹੈ। ਭਾਵਨਾਤਮਕ ਰੂਪ 'ਚ ਜਦੋਂ ਪੜ੍ਹੋਗੇ ਨਾ, ਬਾਣੀ ਹਿਰਦੇ ਨੂੰ ਵਿੰਨ ਕੇ ਰੱਖ ਦੇਵੇਗੀ, ਵੱਜਣਗੇ ਸ਼ਬਦ ਆ ਕੇ। ਕੱਲ੍ਹ ਹੀ ਮੈਂ ਪੜ੍ਹਾ ਰਿਹਾ ਸਾਂ ਕਿ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਉਹਨੇ ਵਿੰਨ ਦਿੱਤਾ, ਕਲੇਜੇ 'ਚ ਛੇਕ ਕਰ ਦਿੱਤਾ। ਤੋ ਇੰਝ ਪੜਾਂਗੇ ਬਾਣੇ, ਜੋ ਵਿੱਚ ਸਭ ਕੁਝ ਆ ਗਿਆ। ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਬਸ ਕਹਾਣੀ ਮੁਕਾ ਦਿੱਤੀ, ਸਾਰੀ ਗੱਲ ਖਤਮ ਹੋ ਗਈ। ਕਹਿੰਦੇ ਮੈਂ ਸੋਚਣਾ ਹੀ ਨਹੀਂ ਇਸ ਬਾਰੇ, ਮੈਂ ਇਸ ਬਾਰੇ ਵਿਚਾਰ ਹੀ ਨਹੀਂ ਕਰਨੀ ਕਿ ਮੈਨੂੰ ਕੀ ਚੰਗਾ ਲੱਗਦਾ ਹੈ, ਮੇਰੀ ਮਰਜ਼ੀ ਕੀ ਹੈ। ਨਾ, ਅੰਬੀ ਛਾਵੜੀਏ ਦਾ ਤਾਤਪਰਯ ਹੀ ਇਹ ਹੈ ਕਿ ਜਿਵੇਂ ਮੁਸਾਫਰ ਅੰਬ ਦੇ ਦਰਖਤ ਥੱਲੇ ਆ ਕੇ ਬਹਿ ਗਿਆ, ਉਹਦੀ ਛਾਂ ਵਿੱਚ ਸਮਾ ਗਿਆ, ਛਾਂ ਨੇ ਉਹਨੂੰ ਆਪਣੇ ਵਿੱਚ ਸਮਾਈ ਦੇ ਦਿੱਤੀ ਨਾ ਜੀ, ਛਾਂ ਨੇ। ਤੇ ਛਾਂ ਵਿੱਚ ਸਮਾਣ ਕਰਕੇ ਹੁਣ ਛਾਂ ਵਿੱਚ ਭਾਵੇਂ ਉਹਨੂੰ ਅੰਧਕਾਰ ਹਨੇਰਾ ਲੱਗ ਰਿਹਾ ਹੈ, ਯਾਦ ਰੱਖਣਾ, ਸੂਰਜ ਜਿੱਥੇ ਸੀ ਬਾਹਰ ਉੱਥੇ ਪ੍ਰਕਾਸ਼ ਬੜਾ ਸੀ, ਚਮਕ ਸੀ ਬੜੀ, ਪਰ ਨਾਲ ਤਪਸ਼ ਵੀ ਸੀ। ਛਾਂ ਵਿੱਚ ਆਇਆ, ਬੈਠਾ ਥੱਲੇ, ਉੱਥੇ ਸ਼ੁਰੂ 'ਚ ਹਨੇਰਾ ਜ਼ਰੂਰ ਲੱਗੇਗਾ, ਪਰ ਜਦੋਂ ਛਾਂ ਦਾ ਸੁੱਖ ਮਿਲੇਗਾ ਨਾ, ਅੱਖਾਂ ਆਪਣੇ ਆਪ ਬੰਦ ਹੋ ਜਾਣਗੀਆਂ। ਆਪ ਸਮਝਣਾ ਸੰਕੇਤ ਮੈਂ ਜੋ ਕਹਿਣਾ ਚਾਹ ਰਿਹਾ ਹਾਂ। ਅੱਖਾਂ ਆਪਣੇ ਆਪ, ਇਹਨੂੰ ਕਹਿੰਦੇ ਭਾਣੇ ਵਿੱਚ ਆਪਣੇ ਆਪ ਰਾਜ਼ੀ ਹੋ ਜਾਏਗਾ, ਆਪਣੇ ਆਪ ਉਹ ਭਾਣਾ ਹੁਣ ਸੁਖਦਾਇਕ ਲੱਗੇਗਾ। ਫਿਰ ਇਹਨੂੰ ਕਹਿਣਾ ਨਹੀਂ ਪਵੇਗਾ, ਇਹਦੇ ਅੰਦਰ ਤੋਂ ਨਹੀਂ ਚੱਲ ਪਵੇਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਤੋ ਇਹ ਵਿਸਥਾਰ ਇਸ ਤਰ੍ਹਾਂ ਅਸੀਂ ਸਮਝ ਰਹੇ ਹਾਂ ਕਿ ਪ੍ਰਭੂ ਪਤੀ ਨੂੰ ਰਾਵਿਆ ਭਾਵ ਪ੍ਰਸੰਨ ਕਰ ਲਿਆ। ਤੇ ਰੱਬ ਦੀ ਪ੍ਰਸੰਨਤਾ ਸਿਰਫ ਇੱਕੋ ਚੀਜ਼ ਤੇ ਹੈ, ਜਿਹੜੇ ਰੱਬ ਦੇ ਭਾਣੇ ਨੂੰ ਪਛਾਣ ਕੇ ਰੱਬ ਦੇ ਹੁਕਮ ਵਿੱਚ ਆ ਜਾਂਦੇ ਹਨ। ਬਸ। ਪਰ ਉਹ ਜਿਤਨੀ ਆਸਾਨੀ ਨਾਲ ਮੈਂ ਕਹਿ ਰਿਹਾ ਹਾਂ ਨਾ ਜੀ,
ਹੈ ਇਤਨਾ ਸਰਲ ਨਹੀਂ। ਕਿਉਂਕਿ ਹੁਣੇ ਉੱਠ ਕੇ ਜਾਵਾਂਗੇ ਨਾ, ਇਹ ਜਿਹੜਾ ਸ਼ਾਂਤ ਲੱਗ ਰਿਹਾ ਹੈ ਨਾ ਮਨ, ਜਿਹੜਾ ਬੜਾ ਸੋਹਣਾ ਜਿਹਾ ਅੰਦਰ ਲੱਗਦਾ ਪਿਆ ਇਸ ਸਮੇਂ ਬੈਠਾ ਸੁਣਦਾ ਪਿਆ ਹੈ, ਇਹ ਨਿਕਲਦੇ ਸਾਰ ਵੇਖਣਾ ਕਿਵੇਂ ਰੌਲਾ ਪਾਵੇਗਾ। ਇੱਥੇ ਗੜਬੜ ਹੈ ਸਾਰੀ। ਇਹਦੇ ਲਈ ਕੀ ਕਰੀਏ? ਸਤਿਗੁਰੂ ਕਹਿੰਦੇ ਚੇਤੇ ਵਿੱਚ ਰੱਖ। ਚੇਤਾ, ਅੰਤःਕਰਣ ਦੇ 4 ਰੂਪ ਹਨ। ਮੈਂ ਹੁਣੇ ਬੇਨਤੀ ਕੀਤੀ, ਮਨ, ਬੁੱਧ, ਚਿੱਤ ਤੇ ਅਹੰਕਾਰ। ਚੇਤੇ ਵਿੱਚ ਲੈ ਆ ਗੁਰੂ ਦੇ ਉਪਦੇਸ਼ ਨੂੰ। ਇਹਨੂੰ ਬਾਣੀ ਕਹਿੰਦੀ ਦ੍ਰਿੜ ਕਰ ਲੈ। ਇੱਕ ਸ਼ਬਦ ਦ੍ਰਿੜ ਹੈ ਨਾ ਬਾਣੀ 'ਚ, ਪੱਕਾ ਕਰ ਲੈ ਆਪਣੇ ਆਪ ਨੂੰ, ਪੱਕਾ। ਵਾਰ-ਵਾਰ ਜਦੋਂ ਮਨ ਵਰਗਲਾਏ ਨਾ, ਚੰਗਾ ਨਹੀਂ ਹੋਇਆ, ਉਦੋਂ ਇਹ ਬੋਲ ਕਰਿਆ ਕਰ, ਸਾਈ ਗੱਲ ਚੰਗੀ, ਸਾਈ ਗੱਲ ਚੰਗੀ। ਇਹ 3 ਸ਼ਬਦ, ਪੂਰੀ ਪੰਕਤੀ ਵੀ ਨਾ ਲਓ। ਇਹ ਜਿਹੜੇ 3 ਭੱਬੇ ਦਿੱਤੇ ਸੀ, ਭਲਾ, ਭੁੱਲੀ ਤੇ ਭਾਣਾ। ਸਾਈ ਗੱਲ ਚੰਗੀ, ਸਾਈ ਗੱਲ ਚੰਗੀ। ਪਰ ਫਿਰ ਮੈਂ ਬੇਨਤੀ ਕਰਾਂ, ਅਸੀਂ ਭੁੱਲ ਜਾਂਦੇ ਹਾਂ। ਬਸ ਸਾਡੀ ਸਭ ਤੋਂ ਵੱਡੀ ਕਮੀ ਕੀ ਹੈ ਕਿ ਪਰਿਸਥਿਤੀਆਂ ਦੀ ਐਸੀ ਮਾਰ ਸਾਡੇ ਸੁਰਤ 'ਤੇ, ਸਾਡੇ ਮਨ 'ਤੇ ਪੈਂਦੀ ਹੈ ਕਿ ਅਸੀਂ ਭੁੱਲ ਜਾਂਦੇ ਹਾਂ। ਪਰ ਇਹੀ ਅਭਿਆਸ ਹੈ, ਨਾਲ ਇਹ ਫੈਕਟਰ ਵੀ ਲਵਾਂ, ਇਹੀ ਅਭਿਆਸ ਹੈ ਕਿ ਰੋਜ਼ ਸੰਗਤ ਕਿਉਂ ਕਰਨੀ ਹੈ। ਜਿਵੇਂ ਕੋਈ ਤੁਸੀਂ ਨਵੀਂ ਲੈਂਗੁਏਜ ਸਿੱਖੋ, ਕੋਈ ਪੰਜਾਬੀ ਗੁਰਮੁਖੀ ਸਿੱਖੇ, ਕੋਈ ਤੁਸੀਂ ਸੰਸਕ੍ਰਿਤ, ਕੋਈ ਲੈਂਗੁਏਜ ਲੈ ਲਓ, ਅਤੇ ਪਹਿਲੇ 2, 3, 4 ਮਹੀਨੇ ਨਾ ਤੁਹਾਨੂੰ ਉਹ ਦ੍ਰਿੜ ਕਰਨੀ ਪਵੇਗੀ। ਤੁਹਾਨੂੰ ਊੜਾ ਵੀ ਦ੍ਰਿੜ ਕਰਨਾ ਪਵੇਗਾ। ਪਹਿਲੇ ਦਿਨ ਕੁਛ ਨਹੀਂ ਆਏਗਾ ਤੁਹਾਨੂੰ, ਹਲਕੇ ਹਲਕੇ ਹਲਕੇ। ਅਤੇ ਅਭਿਆਸ ਕਰਦੇ 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 ਇੱਕ ਦਿਨ ਤੁਸੀਂ ਉਹਦੇ ਐਕਸਪਰਟ ਬਣ ਜਾਓਗੇ। ਮੇਰੇ ਆਪਣੇ ਜੀਵਨ ਦਾ ਤਜਰਬਾ ਹੈ, ਕਈ ਸੰਗਤ ਨੂੰ ਪਤਾ ਵੀ ਹੈ ਕਿ 21 ਸਾਲ ਦੀ ਉਮਰ ਤੱਕ ਮੈਨੂੰ ਗੁਰਮੁਖੀ ਪੜ੍ਹਨੀ ਵੀ ਨਹੀਂ ਸੀ ਆਉਂਦੀ। ਜਿਸ ਦਿਨ ਮੈਂ ਇਸ ਪਾਸੇ ਸਤਿਗੁਰੂ ਲੈ ਕੇ ਆਏ ਸਨ ਮੈਨੂੰ, ਅਤੇ ਉਸ ਦਿਨ ਤੱਕ ਮੈਨੂੰ ਪੰਜਾਬੀ ਗੁਰਮੁਖੀ ਲਿਖਣੀ ਆਉਂਦੀ ਨਹੀਂ ਸੀ ਬਿਲਕੁਲ। ਲੇਕਿਨ ਕੇਵਲ, ਮਤਲਬ ਇਹਨੂੰ ਕਰਾਮਾਤ ਕਹਿ ਲਓ, ਬਖਸ਼ਿਸ਼ ਕਹਿ ਲਓ, ਕਰਮਾਤ ਜੋ ਸ਼ਬਦ ਹੈ, 5-7 ਘੰਟਿਆਂ ਦੇ ਵਿੱਚ ਸਤਿਗੁਰੂ ਜੀ ਨੇ ਉਹ ਦਾਤ ਬਖਸ਼ ਦਿੱਤੀ। ਕਈ ਸਤਸੰਗੀਆਂ ਨੂੰ ਇਸ ਗੱਲ ਦਾ ਪਤਾ ਹੈ। ਇਹ ਕੋਈ ਵਡਿਆਈ ਵਾਲਾ ਪੱਖ ਨਹੀਂ ਹੈ, ਗੁਰੂ ਦੀ ਬਖਸ਼ਿਸ਼ ਪਰ ਜ਼ਾਹਰ ਹੋਵੇ ਉਹ ਮੈਂ ਆਪ ਨਾਲ ਰੱਖ ਰਿਹਾ ਹਾਂ ਕਿ ਜਦੋਂ ਉਹਦੀ ਬਖਸ਼ਿਸ਼ ਆਉਂਦੀ ਹੈ ਨਾ ਜੀ ਰੱਬ ਦੀ, ਤੇ ਥੋੜ੍ਹੀ ਦੇਰ ਵਿੱਚ ਮਨੁੱਖ ਦਾ ਸਾਰਾ ਜੀਵਨ ਪਰਿਵਰਤਿਤ ਹੋ ਜਾਂਦਾ ਹੈ। ਇੱਕ ਸ਼ਬਦ ਹੈ, ਅਸੀਂ ਨੈਗੇਟਿਵ ਲੈਂਦੇ ਹਾਂ ਵੈਸੇ ਤੇ, ਬਈ ਜੋ ਮੈਂ ਚਿਤਵੋਂ ਨਾ ਕਰੇ ਕਿਆ ਮੇਰੇ ਚਿਤਵੇ, ਆਪਨ ਕੀਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਬਈ ਜੋ ਮੈਂ ਸੋਚਿਆ ਵੀ ਨਹੀਂ ਸੀ ਉਹ ਹੋ ਗਿਆ, ਤੇ ਇਹਦਾ ਮਤਲਬ ਇਹ ਰੱਬ ਦਾ ਭਾਣਾ ਹੈ, ਵਰਤਿਆ ਹੈ ਰੱਬ ਦਾ ਭਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਜੋ ਵੀ ਹੋਇਆ ਹੋਏਗਾ, ਉੱਥੇ ਇੱਕ ਗੱਲ ਕਿਹਾ ਕਰ, ਸਾਈ ਗੱਲ ਆਖੋ ਜੀ, ਸਾਈ ਗੱਲ ਚੰਗੀ। ਦਿਨ 'ਚ ਬੋਲਿਆ ਕਰੋ ਇਹ ਸ਼ਬਦ। ਰੋਜ਼ ਕੋਈ ਨਾ ਕੋਈ ਪੰਕਤੀ ਸਤਿਗੁਰੂ ਜੀ ਸਾਨੂੰ ਬਖਸ਼ਦੇ ਹਨ, ਅਤੇ ਜਿਸ ਦਿਨ ਜਿਹੜੀ ਪੰਕਤੀ ਆਵੇ, ਜਦੋਂ ਤੱਕ ਅਗਲੀ ਨਾ ਆਵੇ ਉਦੋਂ ਤੱਕ ਉਹਦਾ ਅਭਿਆਸ ਕਰੀਏ ਅਸੀਂ, ਔਰ ਦ੍ਰਿੜ ਕਰਕੇ ਰੱਖਣਾ ਹੈ ਮਨ ਵਿੱਚ। ਤਾਂ ਸਤਿਗੁਰੂ ਕਹਿੰਦੇ ਕਿ ਉਸ ਜੀਵ ਇਸਤਰੀ ਨੂੰ, ਉਸ ਸਖੀ ਨੂੰ ਵੀ ਸਮਝ ਲੈਣਾ ਅੰਬਾਂ ਦੀ ਠੰਡੀ ਛਾਂ ਨਸੀਬ ਹੋ ਜਾਵੇਗੀ। ਹੁਣ ਇਹ ਕਹਿ ਕੌਣ ਰਹੀ ਹੈ? ਜਿੱਥੋਂ ਸਾਰਾ ਵਿਸਥਾਰ ਹੋਇਆ, ਇਹ ਕਹਿ ਰਹੀ ਹੈ ਉਹ ਕੁਚੱਜੀ ਜੀਵ ਇਸਤਰੀ ਜਿਹਨੂੰ ਆਪਣੇ ਦੋਸ਼, ਆਪਣੇ ਐਬ, ਆਪਣੇ ਔਗੁਣ ਨਜ਼ਰ ਆ ਚੁੱਕੇ ਹਨ। ਉਹਨੂੰ ਪਤਾ ਹੈ ਜੇ ਉੱਥੇ ਜਾਵਾਂਗੀ, ਅੰਬ ਦੇ ਦਰਖਤ ਥੱਲੇ ਬੈਠਾਂਗੀ ਤੇ ਧੁੱਪ ਤੋਂ ਬਚ ਜਾਵਾਂਗੀ, ਸੇਕੇ ਤੋਂ ਬਚ ਜਾਵਾਂਗੀ। ਪਰ ਕਹਿੰਦੀ ਹੈ ਸੇ ਗੁਣ ਮੰਝ ਨਾ ਆਵਨੀ, ਹਾਉ ਕਹਿ ਜੀ ਦੋਸ਼ ਧਰਿਓ ਜਿਉ। ਕਹਿੰਦੇ ਪਰ ਸੇ ਗੁਣ, ਉਹ ਗੁਣ ਜਿਨ੍ਹਾਂ ਗੁਣਾਂ ਦੇ ਨਾਲ ਪ੍ਰਭੂ ਪਤੀ ਖੁਸ਼ ਹੁੰਦਾ ਹੈ। ਹੁਣ ਬਾਣੀ 'ਚ ਨਾ 2 ਚੀਜ਼ਾਂ ਦੱਸੀਆਂ ਗਈਆਂ ਹਨ। ਇੱਕ ਹੈ ਬਾਰਲਾ ਹਾਰ ਸ਼੍ਰਿੰਗਾਰ। ਅੱਜ ਦਾ ਹੀ ਸ਼ਬਦ ਤੁਸੀਂ ਪੜ੍ਹ ਕੇ ਵੇਖ ਲਓ, ਹੁਕਮਨਾਮਾ ਜੋ ਆਇਆ ਹੈ। ਇੱਕ ਹੈ ਦੇਹੀ ਨੂੰ ਸ਼੍ਰਿੰਗਾਰਨਾ। ਉਹਨੇ ਬੜਾ ਸਮਾਂ ਲਾ ਕੇ ਨਾ ਦੇਹੀ ਨੂੰ ਸ਼੍ਰਿੰਗਾਰਨਾ ਸ਼ੁਰੂ ਕੀਤਾ।
ਹਰਹਾਂ 16 ਕੀਏ ਸ਼ਿੰਗਾਰ। ਤੁਹਾਨੂੰ ਦੱਸਿਆ ਸੀ 16 ਸ਼ਿੰਗਾਰ ਆਪ ਨੂੰ ਲਿਖਾਏ ਵੀ ਹੋਏ ਹਨ, ਜਿਸ ਵਿੱਚ ਮੱਜਨ ਤੋਂ ਗੱਲ ਸ਼ੁਰੂ, ਇਸ਼ਨਾਨ ਤੋਂ ਗੱਲ ਸ਼ੁਰੂ ਹੁੰਦੀ ਹੈ। 16 ਸ਼ਿੰਗਾਰਾਂ ਦਾ ਸਭ ਤੋਂ ਪਹਿਲਾ ਸ਼ਿੰਗਾਰ ਇਸ਼ਨਾਨ ਹੈ, ਇਸ਼ਨਾਨ। ਔਰ ਇਸ਼ਨਾਨ ਵੀ ਮਾਮੂਲੀ ਨਹੀਂ, ਇਹ ਵਿਆਹਾਂ 'ਤੇ ਜਿਹਨੂੰ ਵਟਣਾ ਕਹਿੰਦੇ ਹੋ ਨਾ ਤੁਸੀਂ, ਇਸ ਤਰੀਕੇ ਦਾ ਚੰਗੀ ਤਰ੍ਹਾਂ ਦਾ ਇਸ਼ਨਾਨ, ਤਾਂ ਕਿ ਕਾਇਆ ਸਾਫ਼ ਹੋ ਜਾਵੇ। ਉਸ ਤੋਂ ਬਾਅਦ ਸਰੀਰ ਦੇ ਉੱਤੇ ਸ਼ਿੰਗਾਰ ਕਰਦੇ। ਹੁਣ ਇਹ ਕਿਉਂ ਕਰ ਰਹੀ ਹੈ? ਤਾਂ ਕਿ ਪਤੀ ਨੂੰ ਰਿਝਾਵਾਂਗੀ। ਪਰ ਇਹਦੀ ਬਿਰਤੀ ਪਤਾ ਕੈਸੀ ਹੈ ਅੰਦਰ? ਇਹਦੀ ਬਿਰਤੀ ਵਿੱਚ ਕੁਚੱਜ ਹੈ, ਮੰਨਣ ਵਾਲੀ ਬਿਰਤੀ ਨਹੀਂ, ਸਮਝਣਾ, ਨੀਵੇਂ ਹੋਣ ਵਾਲੀ, ਗ੍ਰਹਿਣ ਕਰਨ ਵਾਲੀ ਬਿਰਤੀ ਨਹੀਂ ਇਹਦੇ ਵਿੱਚ। ਸ਼ਿੰਗਾਰ ਕਰਕੇ ਤੇ ਅਭਿਮਾਨ ਵਿੱਚ ਬੈਠ ਗਈ ਵੀ ਦੱਸੋ ਮੇਰੇ ਵਰਗਾ ਰੂਪ, ਮੇਰੇ ਵਰਗੇ ਕੱਪੜੇ, ਮੇਰੇ ਵਰਗਾ ਸ਼ਿੰਗਾਰ ਕਿਸੇ ਕੋਲ ਹੈ? ਇਸ ਭਾਵਨਾ ਨਾਲ ਜਿਹੜੀ ਬੈਠੀ ਨਾ, ਸਤਿਗੁਰੂ ਜੀ ਨੇ 2-3 ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ, ਬਾਣੀ 'ਚ ਆਖੀਆਂ। ਕਹਿੰਦੇ ਕਿਉ ਸ਼ਿੰਗਾਰ ਮਿਲਣ ਕੈ ਤਾਈ, ਇਹ ਤੇ ਉਹਦਾ ਉਦਮ ਸੀ। ਭਾਣਾ ਕੀ ਵਾਪਰ ਗਿਆ? ਹਰ ਨਾ ਮਿਲੇ ਜਗ ਜੀਵਨ ਗੁਸਾਈ। ਕਹਿੰਦੇ ਹਰੀ ਜੀ ਮਿਲੇ ਹੀ ਕੋਈ ਨਹੀਂ ਮੈਨੂੰ, ਮੈਂ ਬੈਠੀ ਰਹੀ ਸ਼ਿੰਗਾਰ ਕਰਕੇ। ਤੇ ਜਦ ਮੈਂ ਦੇਖਿਆ ਕਿ ਹਰੀ ਹੈ ਕਿੱਥੇ, ਢੂੰਡਾਂ ਤੇ ਸਹੀ। ਤੇ ਇੱਕ ਪੰਕਤੀ ਹੋਰ ਹੈ, ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ। ਕਹਿੰਦੇ ਰੱਬ ਨੇ ਉਸ ਨੂੰ ਗਲ ਨਾਲ ਲਾ ਲਿਆ ਜਿਹੜੀ ਰਜ਼ਾ ਵਿੱਚ ਤੁਰਨ ਲੱਗ ਪਈ, ਜਿਹਨੇ ਭਾਣਾ ਮੰਨ ਲਿਆ। ਇਹਨੂੰ ਕਹਿੰਦੇ ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਰੱਬ ਨੇ ਉਹਦਾ ਰੂਪ ਨਹੀਂ ਵੇਖਿਆ ਕਿ ਇਹਦਾ ਰੂਪ ਰੰਗ ਕੈਸਾ ਹੈ। ਅਨਰੂਪ ਕਹਿੰਦੇ ਹਨ ਜੀ ਕਿ ਰੂਪ ਨਾ ਹੋਵੇ, ਸੁੰਦਰ ਰੂਪ ਨਾ ਹੋਵੇ। ਪਰ ਸਤਿਗੁਰੂ ਕੀ ਕਹਿੰਦੇ? ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ, ਪ੍ਰੇਮ ਗਹਿਓ। ਗਹਿਓ ਦਾ ਅਰਥ ਹੈ ਪਕੜ ਲਿਆ, ਫੜਨਾ ਹੈ ਨਾ, ਗਹਿਓ ਦਾ ਅਰਥ। ਰੱਬ ਨੇ ਪ੍ਰੇਮ ਨਾਲ ਮੈਨੂੰ ਫੜ ਲਿਆ, ਮੋਹੇ ਹਰ ਰੰਗ ਭੀਨ, ਮੈਨੂੰ ਪਿਆਰ ਵਿੱਚ ਭਿਜੋ ਦਿੱਤਾ। ਇਹ ਉਸ ਆਤਮਾ ਨਾਲ ਵਾਪਰਿਆ ਜਿਹੜੀ ਆਤਮਾ ਸਮਰਪਣ ਵਿੱਚ ਆ ਗਈ, ਜਿਹੜੀ ਆਤਮਾ ਹੁਕਮ ਰਜ਼ਾਈ ਚੱਲਣ ਵਿੱਚ ਆ ਗਈ। ਇਹ ਜੀਵ ਇਸਤਰੀ ਕੀ ਕਹਿ ਰਹੀ ਹੈ? ਸੇ ਗੁਣ ਮੰਝ ਨਾ ਆਵ ਨਹੀਂ। ਮੇਰੇ ਕੋਲ ਹਾਰ ਹੈ, ਸ਼ਿੰਗਾਰ ਹੈ, ਰੂਪ ਹੈ, ਪਰ ਮੇਰੇ ਕੋਲ ਨਿਮਰਤਾ ਨਹੀਂ, ਮੇਰੇ ਕੋਲ ਮਿੱਠ ਬੋਲੜਾਪਨ ਨਹੀਂ, ਮੇਰੇ ਕੋਲ ਰਜ਼ਾ ਵਿੱਚ ਰਹਿਣ ਵਾਲੀ ਬਿਰਤੀ ਨਹੀਂ। ਤੇ ਰੱਬ ਬਾਹਰਲਾ ਰੂਪ ਰੰਗ ਨਹੀਂ ਵੇਖਦਾ। ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਇਹ ਕਹਿੰਦੇ ਲਟਰੀ ਮਧੁਰੀ ਠਾਕੁਰ ਭਾਈ। ਲਟਰੀ ਮਧੁਰੀ, ਇਹ ਸ਼ਬਦ ਪੜ੍ਹ ਕੇ ਵੇਖਣਾ ਕਿ ਸਰੀਰ ਕਰਕੇ ਭਾਵੇਂ ਉਹਦੀ ਕਾਇਆ ਕੈਸੀ, ਰੱਬ ਆਤਮਾ ਵੇਖ ਰਿਹਾ ਹੈ। ਸਰੀਰ ਨੇ ਇੱਥੇ ਰਹਿ ਜਾਣਾ ਹੈ, ਰੱਬ ਸਾਡੀ ਆਤਮਾ ਨੂੰ ਪ੍ਰਵਾਨ ਕਰੇਗਾ, ਆਤਮਾ ਨੂੰ ਮਾਣਦਾ ਹੈ ਰੱਬ। ਹੁਣ ਇਹ ਜੀਵ ਇਸਤਰੀ ਨੂੰ ਆਪਣਾ ਕੁਹਜ, ਆਪਣਾ ਕੁਚੱਜ ਦਿਸ ਰਿਹਾ ਹੈ, ਕਬੂਲ ਰਹੀ ਹੈ, ਪਰ ਹਲੇ ਬਦਲਣ ਵਾਸਤੇ ਤਿਆਰ ਨਹੀਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਨਾ, ਕਬੂਲ ਲਿਆ ਹੈ ਵੀ ਮੇਰੇ ਸਰੀਰ ਵਿੱਚ ਬਿਮਾਰੀ ਆ ਗਈ ਹੈ, ਰੋਗ ਆ ਗਿਆ ਹੈ, ਰਿਪੋਰਟ ਬੋਲ ਰਹੀ ਹੈ, ਪਰ ਦਵਾਈ ਖਾਣ ਲਈ ਤਿਆਰ ਨਹੀਂ, ਉਪਚਾਰ ਲਈ ਹਲੇ ਤਿਆਰ ਨਹੀਂ। ਐਸਾ ਬੰਦਾ ਕਿਵੇਂ ਨਾ ਰੋਆ ਹੋਏਗਾ। ਬੜੇ ਲੋਕ ਨਾ ਇਸ ਪ੍ਰਕਾਰ ਦਾ ਜੀਵਨ ਵੀ ਜੀਂਦੇ। ਅਸੀਂ ਤੇ ਜੀ ਬੜੇ ਪਾਪੀ ਹਾਂ, ਅਸੀਂ ਨਹੀਂ ਤਰਸ, ਇਸ ਗੱਲ ਨੂੰ ਹਾਸੇ 'ਚ ਮਾਣ 'ਚ ਲੈ ਜਾਂਦੇ ਹਨ। ਅਸੀਂ ਤੇ ਤਾਂ ਹੀ ਗੁਰਦੁਆਰੇ ਨਹੀਂ ਆਉਂਦੇ ਜੀ, ਅਤੇ ਪਾਪੀ ਹਾਂ, ਸਾਰਾ ਦਿਨ ਪਤਾ ਨਹੀਂ ਕਿਤਨੇ ਝੂਠ। ਇਹਨੂੰ ਆਪਣਾ ਸਗੋਂ ਸੋਭਾ ਵਾਲਾ ਪੱਖ ਦੱਸਦੇ ਹਨ। ਕਬੂਲ ਰਹੇ ਹਨ, ਪਰ ਜੇ ਕੋਈ ਕਵੇ ਵੀ ਬਦਲੋ ਹੁਣ ਇਸ ਬਿਰਤੀ ਨੂੰ, ਉਹ ਕਹਿਣਗੇ ਬਦਲੀ ਨਹੀਂ ਜਾਂਦੀ, ਸਾਡੇ ਵੱਸ ਵਿੱਚ ਨਹੀਂ ਹੈ। ਤੁਹਾਡੇ ਨਾਲ ਵੀ ਕਈ ਲੋਕ ਐਸੇ ਮਿਲੇ ਹੋਣਗੇ ਕਦੀ ਨਾ ਕਦੀ ਜ਼ਿੰਦਗੀ 'ਚ, ਜਿਨ੍ਹਾਂ ਨੇ ਗੱਲ ਕੀਤੀ ਹੋਏਗੀ। ਸਤਿਗੁਰੂ ਕਹਿੰਦੇ ਉਦੋਂ ਤੱਕ ਕੁਛ ਹਾਸਲ ਨਹੀਂ ਹੋਣਾ ਜਦ ਤੱਕ ਇੱਕ ਪੈਂਡਾ ਤੂੰ ਨਹੀਂ ਚੱਲੇਗਾ। ਇੱਕ ਕਦਮ ਪੁੱਟ ਦੇ, ਬਸ ਆਪਣੀ ਸਹਿਮਤੀ ਦਿਖਾ ਦੇ ਗੁਰੂ ਨੂੰ, ਬਈ ਹਾਂ ਮੈਂ ਸਹਿਮਤ ਹਾਂ, ਮੈਂ ਅੱਗੇ ਤੁਰਨ ਲਈ ਸਹਿਮਤ ਹਾਂ। ਉਹਦੇ ਲਈ ਇੱਕ ਕਦਮ ਸਿਰਫ ਤੈਨੂੰ ਚੱਲਣਾ ਹੈ, ਬਸ। ਸਤਿਗੁਰ ਕੋਟ ਪੈਂਡਾ ਉਹ ਤੇ ਅੱਗੇ ਹੋ ਕੇ ਤੈਨੂੰ ਲੈਣ ਵਾਸਤੇ ਆਵੇਗਾ। ਤੋ ਇਹ ਕੁਚੱਜੀ ਕਹਿ ਰਹੀ ਹੈ ਕਿ ਸੇ ਗੁਣ ਮੰਝ ਨਾ ਆਵਨੀ,
ਭੈਣੇ ਮੇਰੇ ਵਿੱਚ ਉਹ ਗੁਣ ਆਉਂਦੇ ਹੀ ਕੋਈ ਨਹੀਂ ਜਿਨ੍ਹਾਂ ਗੁਣਾਂ 'ਤੇ ਰੱਬ ਪਰਮਾਤਮਾ ਪ੍ਰਭੂ ਪਤੀ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਹਉ ਕੈ ਜੀ ਦੋਸ਼ ਧਰਿਓ ਜਿਉ, ਤੇ ਦੱਸੋ ਆਪਣੀ ਇਸ ਅਭਾਗਤਾ ਦਾ ਦੋਸ਼ ਮੈਂ ਕਿਹਨੂੰ ਦੇਵਾਂ। ਇਹ ਬਦਨਸੀਬੀ ਹੈ ਕਿ ਸ਼ਿੰਗਾਰ ਵੀ ਮੈਂ ਕਰ ਲਿਆ, ਰੂਪ ਵੀ ਮੇਰੇ ਕੋਲ ਸੋਹਣਾ ਹੈ, ਪਰ ਫਿਰ ਵੀ ਮੈਨੂੰ ਪ੍ਰਭੂ ਪਤੀ ਦਾ ਮਿਲਾਪ ਨਹੀਂ ਮਿਲ ਪਾ ਰਿਹਾ। ਇਹ ਬਦਨਸੀਬੀ ਦਾ ਦੋਸ਼ ਮੈਂ ਕਿਹਨੂੰ ਦੇਵਾਂ, ਕਿਹਦੇ ਮੱਥੇ ਮੜਾਂ। ਕਹਿੰਦੇ ਕਿਹਦੇ ਮੱਥੇ ਵੀ ਮੈਂ ਮੜ ਨਹੀਂ ਸਕਦੀ, ਕਿਉਂਕਿ ਬਦਨਸੀਬੀ ਸਿਰਫ ਮੇਰੀ ਹੈ, ਇਹ ਅਭਾਗਤਾ ਮੇਰੀ ਹੈ। ਹੁਣ ਅੱਗੋਂ ਤਰਲਾ ਲੈਣਗੇ, ਉਸ ਰੱਬ ਨੂੰ ਹੀ ਕਹਿਣਗੇ। ਅਗਲੇ ਦੀਵਾਨ 'ਚ ਵਿਚਾਰ ਕਰਾਂਗੇ ਬਈ ਕਿਆ ਗੁਣ ਤੇਰੇ ਵਿਥਰਾਂ, ਹਾਂ ਕਿਆ ਕਿਆ ਘਿੰਨਾ ਤੇਰਾ ਨਾਉ ਜੀਓ। ਉਸ ਪਾਸੇ ਦੀ ਬੋਲੀ ਹੈ। ਤਾਂ ਇਹਨੂੰ ਘਿੰਨਾ ਨਹੀਂ ਘਿੰਨਾ ਹੀ ਪੜ੍ਹਨਾ ਹੈ। ਘਿੰਨਾ, ਘਿੰਨਾ ਦਾ ਮਤਲਬ ਹੈ ਲੈ ਲਵਾਂ। ਤਾਂ ਹੁਣ ਉਸ ਰੱਬ ਨੂੰ ਹੀ ਸਿੱਧਾ ਜੋਦੜੀ ਕੀਤੀ ਜਾਏਗੀ ਕਿ ਮੈਨੂੰ ਤਰੀਕਾ ਦੱਸ ਦੇ। ਇੱਥੋਂ ਤੱਕ ਦੀ ਵਿਚਾਰ ਹੈ। ਕੁਛ ਅੱਜ ਦਿਸ ਪਿਆ ਹੈ, ਔਗੁਣ ਦਿਸ ਪਏ ਹਨ, ਨਾਲ ਉਹ ਵੀ ਦਿਸੀਆਂ ਜਿਹੜੀਆਂ ਰੱਬ ਦੀ ਸ਼ਰਨ ਵਿੱਚ ਛਾਂ ਪਈਆਂ ਮਾਣਦੀਆਂ ਹਨ, ਅਤੇ ਨਾਲ ਆਪਣੀ ਅਭਾਗਤਾ ਵੀ ਨਜ਼ਰ ਆ ਗਈ ਕਿ ਮੈਂ ਹਲੇ ਨਹੀਂ ਜਾ ਪਾ ਰਹੀ, ਮੈਨੂੰ ਹਲੇ ਉਹਦਾ ਅੰਕ ਦਾ ਅਰਥ ਕੀ ਹੈ? ਗਲਵੱਕੜੀ, ਉਹਦਾ ਅੰਕ ਨਹੀਂ ਮਿਲ ਪਾ ਰਿਹਾ, ਮੈਨੂੰ ਹਲੇ ਪਰਮਾਤਮਾ ਦੀ ਗੋਦ ਨਹੀਂ ਮਿਲ ਪਾ ਰਹੀ, ਮੈਨੂੰ ਉਹਦੀ ਸ਼ਰਨ ਨਹੀਂ ਮਿਲ ਪਾ ਰਹੀ, ਪਰ ਮੈਂ ਇਸ ਬਦਨਸੀਬੀ ਦਾ ਕਿਹਨੂੰ ਦੋਸ਼ ਦੇਵਾਂ। ਸੋਚੀ ਪਈ, ਬੜੀ ਦੇਰ ਸੋਚਦੀ ਰਹੀ, ਆਖਰ ਅਰਦਾਸ ਨਿਕਲੀ, ਤਰਲਾ, ਇਹਨੂੰ ਤਰਲਾ ਕਵਾਂਗੇ। ਤਰਲਾ ਨਿਕਲਿਆ ਕਿ ਮੈਨੂੰ ਤਰੀਕਾ ਦੱਸ ਦੇ, ਕੋਈ ਖਾਸ ਨਾਮ ਲੈਣਾ ਹੈ, ਨਾਮ ਜਪਣਾ ਹੈ, ਉਹ ਦੱਸ ਦੇ, ਕੋਈ ਖਾਸ ਗੁਣ ਕਹਿਣਾ ਹੈ, ਉਹ ਦੱਸ ਦੇ। ਇਹ ਵਿਚਾਰ ਸਤਿਗੁਰੂ ਕਿਰਪਾ ਕਰਨ ਅਗਲੇ ਸਮਿਆਂ ਵਿੱਚ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਸਕੇ। ਇਸੇ ਤਰ੍ਹਾਂ ਸਮੂਹ ਸੰਗਤ ਨੂੰ ਸਤਿਗੁਰੂ ਨਿੱਤਾ ਪ੍ਰਤੀ ਦੀ ਹਾਜ਼ਰੀ ਅਤੇ ਗੁਰਮਤਿ ਦੀ ਸੋਝੀ ਬਖਸ਼ਣ। ਇਤਨੇ ਬਚਨ ਅੱਜ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਦੀ ਖਿਮਾ, ਅਦਬ ਸਤਕਾਰ ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।